ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਮਤ ਰਾਮ ਜਪ ਗੁਰੂ ਤੇ, ਤਾਰਨ ਸਿੱਖਿਆ ਅਪਾਰ। ਐਸੇ ਪੂਰਨ ਬ੍ਰਹਮ ਕਉ, ਬੰਦਉ ਬਾਰੰਬਾਰ। ਰਮਤ ਰਾਮ ਜਪ ਗੁਰੂ ਭੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਆਓ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੋਰ ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਅੱਜ ਬੜੀਆਂ ਹੀ ਖੁਸ਼ੀਆਂ ਵਾਲਾ ਦਿਨ ਹੈ, ਬੜੀਆਂ ਬਰਕਤਾਂ ਵਾਲਾ ਦਿਨ ਹੈ, ਬੜੀਆਂ ਰਹਿਮਤਾਂ ਵਾਲਾ ਦਿਨ ਹੈ। ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਚੂਨਾ ਮੰਡੀ ਲਾਹੌਰ ਵਿਖੇ ਆਗਮਨ ਧਾਰਨ ਕੀਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਤਾ ਧੰਨ ਧੰਨ ਬਾਬਾ ਜੀ ਬਾਬਾ ਹਰਦਾਸ ਜੀ, ਮਾਤਾ ਜੀ ਧੰਨ ਧੰਨ ਮਾਤਾ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਆਗਮਨ ਧਾਰਨ ਕੀਤਾ ਜੀ। ਜਿੱਥੇ ਸਿੱਖ ਸੰਗਤਾਂ, ਹਰ ਇੱਕ ਸਿੱਖ ਦੇ ਮਨ ਵਿੱਚ ਹੀ ਬੜਾ ਚਾਅ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੇ ਵੱਡੇ ਪੱਧਰ 'ਤੇ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਗੁਰਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਕੁਝ ਸਮਾਂ ਆਪਾਂ ਮਹਾਰਾਜ ਜੀ ਦੇ ਜੀਵਨ ਦਾ ਸੰਬੰਧਿਤ ਵਿਚਾਰ ਕਰਨੀ ਹੈ। ਲੜੀਵਾਰ ਕਥਾ ਅੱਗੇ ਹੀ ਗੁਰੂ ਰਾਮਦਾਸ ਜੀ ਦੀ ਚੱਲ ਰਹੀ, ਪਹਿਲਾਂ ਹੀ ਗੁਰੂ ਰਾਮਦਾਸ ਜੀ ਦੀ ਚੱਲ ਰਹੀ ਹੈ, ਅਤੇ ਆਪਾਂ ਲੜੀਵਾਰ ਕਥਾ ਵਿੱਚੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੈ। ਨਿਆਣੇ ਦੇ ਨਾਲ ਪਰਾਂ ਕਰੋ ਇਹਨਾਂ ਨੂੰ। ਲੜੀਵਾਰ ਕਥਾ ਵਿੱਚੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੈ, ਅਤੇ ਨਾਲ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਣੀ ਹੈ ਜੀ। ਉਹਨਾਂ ਨੂੰ ਨਾ ਪ੍ਰਸ਼ਾਦ ਵਾਲਿਆਂ ਨੂੰ ਕਹੋ ਵੀ ਇਹਨਾਂ ਨੂੰ ਅੰਦਰ
ਹਜੂਰ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਜੀਵਨ ਹੈ, ਬੜਾ ਵੱਡਾ ਜੀਵਨ ਹੈ। ਜੀਵਨ ਵਿੱਚੋਂ ਪਹਿਲਾਂ ਹੀ ਤੁਸੀਂ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਪਿਆਰ ਵਿੱਚ ਆਓ, ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਕਾਰ ਕਰਵਾ ਰਹੇ ਸਨ ਸੇਵਕ ਰੂਪ ਵਿੱਚ ਜੀ। ਉਧਰੋਂ ਸੁਨੇਹਾ ਮਿਲ ਗਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ, ਆਪਣੇ ਗੁਰੂ ਜੀ ਦਾ ਹੁਕਮ ਜਾਣ ਕੇ ਸਭ ਕੁਝ ਵਿੱਚ ਹੀ ਛੱਡ ਕੇ ਮਹਾਰਾਜ ਗੋਇੰਦਵਾਲ ਸਾਹਿਬ ਪਹੁੰਚੇ ਜੀ। ਜਦੋਂ ਨੂੰ ਗੋਇੰਦਵਾਲ ਸਾਹਿਬ ਪਹੁੰਚੇ ਤੇ ਤੁਸੀਂ ਸੁਣਿਆ ਸਾਧ ਸੰਗਤ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ ਜੀ। ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ। ਜਿਵੇਂ ਗੁਰੂ ਅਮਰਦਾਸ ਜੀ ਦੀਵਾਨ ਸਜਾਉਂਦੇ ਸਨ, ਉਸੇ ਮਰਿਆਦਾ ਦੇ ਤਹਿਤ ਧੰਨ ਗੁਰੂ ਰਾਮਦਾਸ ਜੀ ਦੀਵਾਨ ਸਜਾਉਂਦੇ ਹਨ। ਬੜੀਆਂ ਖੁਸ਼ੀਆਂ ਵਰਤਾਉਂਦੇ ਆ। ਤੁਸੀਂ ਸੁਣਿਆ ਸਿੱਧ ਆਏ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ। ਜਦੋਂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਸਰਵਣ ਕੀਤੇ, ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਹੋ। ਫਿਰ ਇੱਕ ਤਪਾ ਆਇਆ ਜੀ, ਜਿਸ ਤਪੇ ਦੇ ਮਨ ਵਿੱਚ ਬੜੀ ਈਰਖਾ ਭਰੀ ਹੋਈ ਸੀਗੀ, ਪਰ ਜਦੋਂ ਉਹਨੇ ਗੁਰੂ ਰਾਮਦਾਸ ਜੀ ਦੇ ਕੀਤੇ ਦਰਸ਼ਨ, ਗੁਰੂ ਰਾਮਦਾਸ ਸਾਹਿਬ ਜੀ ਦੀ ਸੁਣੀ ਬਾਣੀ, ਤਪੇ ਦਾ ਮਨ ਠੰਡਾ ਹੋ ਗਿਆ ਜੀ। ਉਹ ਤਪਾ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਬਣ ਗਿਆ ਜੀ। ਤਪਾ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਮੈਨੂੰ ਪਤਾ ਲੱਗ ਗਿਆ ਅੱਜ ਤੱਕ ਮੈਂ ਭੁੱਲਾ ਭਟਕਾਈ ਤੁਰਿਆ ਫਿਰਦਾ ਸਾਂ, ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਪਤਾ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਮੈਂ ਆਪ ਜੀ ਦਾ ਜਸ ਆਪ ਵੀ ਕਰਾਂਗਾ, ਦੂਜਿਆਂ ਨੂੰ ਵੀ ਪ੍ਰੇਰਿਤ ਕਰਾਂਗਾ। ਪਿਆਰਿਓ, ਜਿਹੜਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਾ, ਉਹ ਜਾ ਕੇ ਅੱਗੇ ਹੋਰ ਲੋਕਾਂ ਨੂੰ ਦੱਸਦਾ ਗੁਰੂ ਰਾਮਦਾਸ ਜੀ ਬੜੇ ਵੱਡੇ ਸਤਿਗੁਰੂ ਹਨ। ਤੇ ਇਹ ਗੱਲ ਤੇ ਪ੍ਰਤੱਖ ਅੱਜ ਹੈਗੀ ਹੈ ਜੀ। ਜਿਹੜਾ ਮਨੁੱਖ ਅੱਜ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਆ ਰਿਹਾ ਨਾ ਜੀ, ਉਹ ਦੂਜਿਆਂ ਨੂੰ ਵੀ ਦੱਸਦਾ ਵੀ ਬੜੀ ਸੰਗਤ ਸੀਗੀ, ਬੜਾ ਆਨੰਦ ਸੀਗਾ ਉੱਥੇ ਜੀ। ਚਲੋ ਅੱਜ ਤੇ ਵੈਸੇ ਖੁਸ਼ੀਆਂ ਵਾਲਾ ਪੁਰਬ ਹੈ, ਉਂਝ ਵੀ ਜਗਤ ਵਿੱਚ ਤੁਸੀਂ ਵੇਖ ਲਓ, ਜਿਹੜਾ ਮਨੁੱਖ ਇੱਕ ਵਾਰੀ ਗੁਰੂ ਰਾਮਦਾਸ ਜੀ ਦੇ ਘਰ ਦਰਸ਼ਨ ਕਰਕੇ ਆਉਂਦਾ ਹੈ, ਕਿਸੇ ਹੋਰ ਸਟੇਟ ਦਾ ਵੀ ਹੋਵੇ, ਉਹ ਆਪਣੇ ਇਲਾਕੇ ਵਿੱਚ ਜਾ ਕੇ ਹਰਿਮੰਦਰ ਸਾਹਿਬ ਦੀ ਸ਼ੋਭਾ ਕਰਦਾ ਹੈ ਜੀ, ਵਡਿਆਈ ਕਰਦਾ ਹੈ। ਉਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਸਰੀਰ ਵਿੱਚ ਸਨ ਤੇ ਇੱਕ ਤੋਂ ਇੱਕ ਅੱਗੇ ਜਾ ਕੇ ਮਹਾਰਾਜ ਦੀ ਸ਼ੋਭਾ ਕਰਦੇ। ਗੁਰੂ ਰਾਮਦਾਸ ਜੀ ਦੇ ਵਿੱਚ ਗੁਣ ਹੀ ਇੰਨੇ ਜ਼ਿਆਦਾ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਬਖਸ਼ਿਸ਼ਾਂ ਇੰਨੀਆਂ ਜ਼ਿਆਦੀਆਂ ਨੇ, ਜਿਹੜਾ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਾ, ਗੁਰੂ ਰਾਮਦਾਸ ਜੀ ਦਾ ਹੀ ਹੋ ਕੇ ਰਹਿ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਮੁੜ ਕਿਸੇ ਹੋਰ ਪਾਸੇ ਜਾਣ ਜੋਗਾ ਰਹਿੰਦਾ ਹੀ ਨਹੀਂ ਜੀ ਉਹ, ਜਿਵੇਂ ਉਹ ਤਪਾ ਨਹੀਂ ਰਿਹਾ ਜੀ। ਸੋ ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਸੁਰਤੀਆਂ ਜੋੜੋ, ਕੋਈ ਰਸਨਾ ਬੰਦੀ ਨਾ ਰਹੇ। ਅੱਜ ਤੇ ਗੱਜ ਗੱਜ ਕੇ ਕਹਿਣਾ ਚਾਹੀਦਾ ਹੈ। ਸੋ ਬੜੇ ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਮਤ ਰਾਮ ਜਬ ਗੁਰ ਭੇ ਤਾਰਨ ਸਿੱਖ ਅਪਾਰ। ਕਵੀ ਸੰਤੋਖ ਸਿੰਘ ਲਿਖਦੇ ਗੁਰੂ ਰਾਮਦਾਸ ਜੀ ਦੇ ਬਾਰੇ,
ਕਹਿੰਦੇ ਸਿੱਖੋ, ਜੋ ਵਾਹਿਗੁਰੂ ਪਰਮੇਸ਼ਰ ਰਾਮ ਸਭ ਜਗ੍ਹਾ ਤੇ ਰਮਿਆ ਹੋਇਆ ਜੀ। ਪਰਮੇਸ਼ਰ ਨੂੰ ਰਾਮ ਕਿਉਂ ਕਹਿੰਦੇ ਜੀ? ਹਰ ਜਗ੍ਹਾ ਰਮਿਆ ਹੋਇਆ ਜੀ। ਰਮੇ ਹੋਏ ਕਰਕੇ ਉਹਦਾ ਨਾਮ ਰਾਮ ਹੈ ਜੀ। ਮਹਾਰਾਜ ਕਿਰਪਾ ਕਰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜੋ ਰਾਮ ਸਭ ਜਗ੍ਹਾ ਰਮਿਆ ਹੋਇਆ, ਭਾਵ ਜੋ ਵਾਹਿਗੁਰੂ ਸਭ ਜਗ੍ਹਾ ਵਸਿਆ ਹੋਇਆ ਹੈ, ਉਸੇ ਵਾਹਿਗੁਰੂ ਦਾ ਰੂਪ ਨੇ ਗੁਰੂ ਰਾਮਦਾਸ ਸਾਹਿਬ ਜੀ। ਹੁਣ ਫਿਰ ਅਰਥ ਸੁਣਿਓ, ਜੋ ਰਾਮ ਪਰਮੇਸ਼ਰ, ਹਾਂਜੀ, ਜੋ ਰਾਮ ਸਭ ਜਗ੍ਹਾ ਰਮਿਆ ਹੋਇਆ ਹੈ, ਉਸੇ ਦਾ ਰੂਪ ਨੇ ਗੁਰੂ ਰਾਮਦਾਸ ਸਾਹਿਬ ਜੀ। ਰਾਮ ਰਮਿਆ ਹੋਇਆ ਹਰ ਥਾਂ ਤੇ ਵਸ ਕੇ ਵੀ ਦ੍ਰਿਸ਼ਟੀ ਨਹੀਂ ਪੈਂਦਾ। ਗੁਰੂ ਰਾਮਦਾਸ ਸਾਹਿਬ ਰੱਬ ਦਾ ਸਰੀਰ ਨੇ ਜੀ। ਭੱਟ ਸਾਹਿਬਾਨ ਆਪ ਬਾਣੀ 'ਚ ਲਿਖਦੇ ਹੋ, ਕਹਿੰਦੇ ਪ੍ਰਤੱਖ ਦੇ ਪਾਰ ਬ੍ਰਹਮ ਸਵਾਰੀ। ਪਾਰ ਬ੍ਰਹਮ ਨੇ ਆਪ ਆਪਣੀ ਦੇਹ ਧਾਰਨ ਕੀਤੀ ਹੈ, ਉਸ ਸਰੀਰ ਦਾ ਨਾਮ ਰੱਖਿਆ ਗਿਆ ਧੰਨ ਗੁਰੂ ਰਾਮਦਾਸ ਸਾਹਿਬ ਜੀ। ਕਹੋ ਪ੍ਰੇਮ ਨਾਲ ਸਾਰੇ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਰਾਮ ਰਮਤ ਜਬ ਗੁਰ ਭਏ। ਉਹ ਰਾਮ ਜੋ ਸਭ ਜਗ੍ਹਾ ਰਮਿਆ ਹੋਇਆ, ਉਹ ਰਾਮ ਹੀ ਗੁਰੂ ਰਾਮਦਾਸ ਸਾਹਿਬ ਬਣੇ। ਕਿਉਂ ਬਣੇ? ਤਾਰਨ ਸਿੱਖ ਅਪਾਰ। ਇਸ ਜਗਤ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ, ਭਲੇ ਲੋਕਾਂ ਨੂੰ ਤਾਰਨ ਵਾਸਤੇ ਜੀ। ਹਾਂਜੀ, ਐਸੇ ਪੂਰਨ ਬ੍ਰਹਮ ਕਉ ਬੰਦਉ ਬਾਰੰਬਾਰ। ਐਸੇ ਪੂਰਨ ਬ੍ਰਹਮ ਨੂੰ, ਭਾਵ ਐਸੇ ਪੂਰਨ ਰੱਬ ਪਰਮੇਸ਼ਰ ਗੁਰੂ ਰਾਮਦਾਸ ਜੀ ਨੂੰ ਮੈਂ ਬਾਰ-ਬਾਰ ਮੱਥਾ ਟੇਕਦਾ ਕਹਿਣ ਲੱਗੇ। ਤੁਸੀਂ ਵੀ ਟੇਕੋ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਰਾਮਦਾਸ ਸਾਹਿਬ ਜੀ ਸੰਗਤ ਜੀ, ਸਤਿਗੁਰਾਂ ਨੂੰ ਜਿੰਨੀ ਵਾਰੀ ਨਮਸਕਾਰ ਕਰੋਗੇ ਉਨਾ ਭਲਾ ਹੋਏਗਾ। ਹਾਂਜੀ, ਚੌਪਈ ਬੈਠ ਇਕਾਗਰ ਗੁਰੂ ਦਇਆਰਾ। ਮਹਾਰਾਜ ਗਰੀਬ ਨਵਾਜ ਗੋਇੰਦਵਾਲ ਸਾਹਿਬ ਬੈਠੇ ਆ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤੇ ਮਹਾਰਾਜ ਇਕਾਗਰ ਚਿੱਤ ਹੋ ਕੇ ਬੈਠੇ ਆ, ਇਕੱਲੇ ਬੈਠੇ ਆ। ਹਾਂਜੀ, ਮਨ ਮੈਂ ਐਸੇ ਕਰਤ ਵਿਚਾਰਾ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਮਨ ਵਿੱਚ ਵਿਚਾਰ ਕਰਨ ਲੱਗੇ ਜੀ। ਇਕੱਲੇ ਬੈਠੇ ਗੋਇੰਦਵਾਲ ਸਾਹਿਬ 'ਚ ਅੰਮ੍ਰਿਤ ਵੇਲੇ, ਤੇ ਮਨ ਵਿੱਚ ਵਿਚਾਰ ਕਰ ਰਹੇ ਆ। ਹਾਂਜੀ, ਜਿਨ ਸਿਓ ਹਮਰੀ ਪ੍ਰੀਤ ਸੋ ਪੂਤੀ। ਹਾਂਜੀ, ਸੋ ਤੋ ਗਏ ਬੇਕੁੰਠ ਪਹੂਤੀ। ਮਹਾਰਾਜ ਵਿਚਾਰ ਕਰਦੇ ਆ, ਜਿਨ੍ਹਾਂ ਨਾਲ ਸਾਡਾ ਪਿਆਰ ਸੀਗਾ ਜੀ। ਕੌਣ? ਧੰਨ ਗੁਰੂ ਅਮਰਦਾਸ ਜੀ। ਉਹ ਸਤਿਗੁਰੂ ਜੀ ਤੇ ਬੈਕੁੰਠ ਨੂੰ ਚਲੇ ਗਏ, ਸੱਚਖੰਡ ਨੂੰ ਚਲੇ ਗਏ। ਹਾਂਜੀ, ਗੁਰ ਦੇਖੇ ਬਿਨ ਨੀਂਦ ਨਾ ਆਵੈ। ਹੁਣ ਅਵਸਥਾ ਕੀ ਬਣੀ ਜੀ? ਜਿੰਨਾ ਚਿਰ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਸਾ ਹੁੰਦੇ, ਉਹਨਾਂ ਚਿਰ ਤੱਕ ਨੀਂਦ ਨਹੀਂ ਸੀ ਆਉਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਦਾਸ ਨੇ ਸਵੇਰ ਦੀ ਕਥਾ 'ਚ ਵੀ ਬੇਨਤੀ ਕੀਤੀ ਸੀ, ਪਿਆਰਿਓ, ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨਾਲ ਪਿਆਰ ਕੀਤਾ ਜੀ, ਪ੍ਰੇਮ ਕੀਤਾ ਜੀ। ਜਿਉ ਅੰਬੁਜ ਰਵ ਬਿਨ ਕੁਮਲਾਵੈ। ਜਿਵੇਂ ਕਮਲ ਦਾ ਫੁੱਲ ਸੂਰਜ ਨਾ ਚੜਿਆ ਹੋਵੇ ਤੇ ਕੁਮਲਾ ਜਾਂਦਾ ਜੀ। ਤੁਹਾਡੇ ਚੋਂ ਕਿਸੇ ਨੇ ਵੇਖਿਆ ਹੋਵੇ, ਉਹਨੂੰ ਪਤਾ ਹੋਏਗਾ ਜੀ। ਸੂਰਜ ਚੜੇ ਕਮਲ ਦਾ ਫੁੱਲ ਖਿੜਦਾ ਹੈ ਜੀ, ਸੂਰਜ ਨਾ ਚੜੇ ਮੁਰਝਾਇਆ ਰਹਿੰਦਾ ਜੀ ਉਹ ਜੀ। ਹਾਂਜੀ, ਕਰ ਵਿਵੇਕ ਮਨ ਕੋ ਠਹਿਰਾਇਓ। ਬਸ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਜਿਹੜਾ ਮਨ ਹੈ ਨਾ, ਉਹ ਮਹਾਰਾਜ ਦੇ ਦਰਸ਼ਨਾਂ ਦੇ ਨਾਲ ਹੀ ਖਿੜਦਾ ਜੀ। ਪਰ ਹੁਣ ਮਹਾਰਾਜ ਸਰੀਰ ਤਿਆਗ ਗਏ ਨੇ ਗੁਰੂ ਅਮਰਦਾਸ ਜੀ। ਵਿਚਾਰ ਕਰਕੇ ਵਿਵੇਕ ਦੀ, ਗਿਆਨ ਦੀ, ਤੇ ਗੁਰੂ ਰਾਮਦਾਸ ਜੀ ਨੇ ਆਪਣੇ ਮਨ 'ਚ ਧੀਰਜ ਲੈ ਕੇ ਆਂਦਾ ਜੀ। ਸਤ ਨਾਮ ਸਿਮਰਨ ਚਿਤ ਲਾਇਓ। ਤੇ ਉਸ ਦਰਸ਼ਨਾਂ ਵਾਲੇ ਪਾਸਿਓਂ ਮਨ ਸਤਨਾਮ ਵਾਲੇ ਪਾਸੇ ਜੋੜਿਆ ਜੀ, ਸਿਮਰਨ ਵਾਲੇ ਪਾਸੇ ਜੋੜਿਆ। ਇਹ ਸੱਚ ਹੈ ਪਿਆਰਿਓ। ਜਦੋਂ ਕਿਸੇ ਪਿਆਰੇ ਦੀ ਯਾਦ ਆਵੇ, ਸਿਮਰਨ 'ਚ ਧਿਆਨ ਨਹੀਂ ਲੱਗਦਾ ਜੀ। ਭਾਵੇਂ ਗੁਰੂ ਅਮਰਦਾਸ ਜੀ ਨੂੰ ਯਾਦ ਕਰਨਾ ਹੀ ਇੱਕ ਸਿਮਰਨ ਹੈ,
ਗੁਰੂ ਅਮਰਦਾਸ ਜੀ ਨੂੰ ਯਾਦ ਕਰ ਲਓ, ਵਾਹਿਗੁਰੂ ਕਹਿ ਲਓ, ਗੱਲ ਤਾਂ ਇੱਕੋ ਹੀ ਹੈ। ਪਰ ਫਿਰ ਵੀ ਗੁਰੂ ਰਾਮਦਾਸ ਜੀ ਨੇ ਧਿਆਨ ਆਪਣਾ ਪਰਮੇਸ਼ਰ ਦੇ ਨਾਮ 'ਚ ਜੋੜਿਆ ਜੀ। ਫਿਰ ਦੀ ਗੱਜ ਕੇ ਆਖੋ ਵਾਹਿਗੁਰੂ। ਇਹ ਸਾਨੂੰ ਸਿੱਖਿਆ ਸੰਗਤ ਜੀ। ਕੀ ਸਿੱਖਿਆ? ਐਸਾ ਸਮਾਂ ਬਣ ਜੇ ਆਪ ਆਪਣੇ ਮਨ ਨੂੰ ਧੀਰਜ ਦੇਣਾ ਜੀ। ਧੀਰਜ ਦੇ ਕੇ ਵਾਹਿਗੁਰੂ ਵਾਲੇ ਪਾਸੇ ਆਪਣੇ ਮਨ ਨੂੰ ਲਾਉਣਾ ਜੀ। ਹਾਂਜੀ। ਬਾਹਰੋ ਮਨ ਮਹਿ ਕੀਨ ਵਿਚਾਰਾ। ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਮਨ ਵਿੱਚ ਵਿਚਾਰ ਕਰਦੇ ਹੈ। ਹਾਂਜੀ। ਸੋ ਕਰੀਏ ਜੋ ਗੁਰੂ ਉਚਾਰਾ। ਕਿ ਅਸੀਂ ਉਹ ਕੰਮ ਕਰੀਏ ਜਿਸ ਕੰਮ ਨੂੰ ਕਰਨ ਵਾਸਤੇ ਸਾਨੂੰ ਮਹਾਰਾਜ ਨੇ ਹੁਕਮ ਲਾਇਆ ਸੀਗਾ। ਇਹ ਕੌਣ ਸੋਚਣ ਦਿਆ ਜੀ? ਗੁਰੂ ਰਾਮਦਾਸ ਸਾਹਿਬ ਸੋਚ ਰਹੇ ਜੀ। ਹਾਂਜੀ। ਬਿਲਮ ਖੋਏ ਕਰ ਕਰੀਏ ਸੋਈ। ਕਮਾਲ ਵੇਖੋ, ਕਵੀ ਸੰਤੋਖ ਸਿੰਘ ਜੀ ਦਾ ਕੋਈ ਦੇਣਾ ਥੋੜੀ ਦੇ ਸਕਦਾ ਜੀ। ਗੁਰੂ ਰਾਮਦਾਸ ਜੀ ਦੇ ਮਨ ਵਿੱਚ ਜੋ ਚੱਲ ਰਿਹਾ ਉਹਨਾਂ ਗ੍ਰੰਥ ਵਿੱਚ ਲਿਖ ਦਿੱਤਾ ਜੀ। ਤੁਹਾਡੇ ਮਨ 'ਚ ਕੀ ਚੱਲਦਾ ਕਿਸੇ ਨੂੰ ਕੀ ਪਤਾ ਜੀ। ਕਵੀ ਜੀ ਲਿਖਦੇ ਐ, ਗੁਰੂ ਰਾਮਦਾਸ ਸਾਹਿਬ ਇਹ ਫੁਰਨਾ ਬਣਾਉਂਦੇ ਐ, ਜਿਸ ਕੰਮ ਦੀ ਜ਼ਿੰਮੇਵਾਰੀ ਸਾਨੂੰ ਸਤਿਗੁਰਾਂ ਨੇ ਲਾਈ ਹੈ ਉਹ ਕੰਮ ਛੇਤੀ ਆਰੰਭ ਕਰੀਏ, ਦੇਰ ਨਹੀਂ ਕਰਨੀ ਚਾਹੀਦੀ। ਹਾਂਜੀ। ਜੈਸੇ ਕਾਰਜ ਸ਼ੀਘਰ ਸੋ ਹੋਈ। ਹਾਂ, ਤਾਂ ਕਿ ਕਾਰਜ ਪੂਰਾ ਹੋ ਜਾਵੇ। ਕਿਹੜਾ ਕੰਮ ਸੀਗਾ ਭਲਾ? ਸਰੋਵਰ ਬਣਾਉਣ ਦਾ ਜੀ। ਹਾਂਜੀ। ਤਾਲ ਬਨਾਵਨ ਚਾਹੇ ਸੇ ਭਲੇ। ਇਸ ਕਰਕੇ ਸਾਨੂੰ ਸਰੋਵਰ ਬਣਾਉਣ ਦਾ ਕੰਮ ਆਰੰਭ ਕਰਨਾ ਚਾਹੀਦਾ ਜੀ। ਉਹ ਉੱਥੇ ਹੀ ਖਲੋਤਾ ਸੀਗਾ ਦੁੱਖ ਭੰਜਨੀ ਬੇਰੀ ਲਾਗੇ। ਹਾਂਜੀ। ਕਹਿਓ ਸਬਨ ਸੋ ਮਾਝੈ ਚਲੇ। ਤੇ ਹੁਣ ਅਸੀਂ ਸਾਰਿਆਂ ਨੂੰ ਇਹ ਕਵਾਂਗੇ ਵੀ ਮਾਝੇ ਚੱਲੀਏ, ਭਾਵ ਇਸ ਪਾਸੇ ਚੱਲੀਏ। ਹਾਂਜੀ। ਮੋਹਨ ਮੋਹਰੀ ਸੰਗ ਸੋ ਕਹੈ। ਕਹੈ ਹਮ ਕੋ ਗੁਰ ਕੀ ਆਗਿਆ ਹੈ। ਤੇ ਸਾਧ ਸੰਗਤ ਜੀ ਮਹਾਰਾਜ ਨੇ ਵਿਚਾਰ ਕੀਤੀ ਤੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ ਆਪਣੇ ਪਾਸ ਸੱਦਿਆ ਜੀ। ਉਹ ਆਏ ਜੀ। ਮਹਾਰਾਜ ਦੇ ਦੋਵੇਂ ਪੁੱਤਰ ਹੈ। ਹੁਣ ਉੱਥੋਂ ਆਗਿਆ ਲੈਣੀ ਨਾ ਜੀ ਚੱਲਣ ਦੀ, ਗੋਇੰਦਵਾਲ ਸਾਹਿਬ ਤੋਂ। 21 ਸਾਲ ਤੇ ਸੇਵਕ ਬਣ ਕੇ ਉੱਥੇ ਸੇਵਾ ਕੀਤੀ। ਕੁਝ ਸਮਾਂ ਗੁਰਤਾ ਗੱਦੀ ਤੇ ਉੱਥੇ ਬੈਠੇ ਜੀ। ਹੁਣ ਮਹਾਰਾਜ ਬਾਬਾ ਮੋਹਨ ਤੇ ਮੋਹਰੀ ਜੀ ਨੂੰ ਕੋਲ ਸੱਦਿਆ, ਪਾਸ ਸੱਦ ਕੇ ਬਿਠਾਇਆ ਪ੍ਰੇਮ ਨਾਲ, ਤੇ ਫਿਰ ਬੜੇ ਪ੍ਰੇਮ ਨਾਲ ਗੱਲ ਆਰੰਭ ਕੀਤੀ ਗੁਰੂ ਰਾਮਦਾਸ ਜੀ ਨੇ। ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਸਾਨੂੰ ਸਾਡੇ ਗੁਰਦੇਵ ਗੁਰੂ ਅਮਰਦਾਸ ਜੀ ਦਾ ਹੁਕਮ ਹੈ। ਕੀ ਹੁਕਮ ਹੈ ਉਹ ਸੁਣੋ। ਹਾਂਜੀ। ਸੁਦਾ ਸਰੋਵਰ ਕੋ ਬਨਵਾਵਨ। ਬਾਬਾ ਮੋਹਰੀ ਜੀ ਕਹਿੰਦੇ ਜੀ ਕੀ ਹੁਕਮ ਹੈ? ਕਹਿਣ ਲੱਗੇ ਸਾਨੂੰ ਇਹ ਹੁਕਮ ਹੈ ਅੰਮ੍ਰਿਤਸਰ ਸਰੋਵਰ ਬਣਾਉਣਾ ਹੈ। ਅੰਮ੍ਰਿਤਸਰ ਸਰੋਵਰ ਬਣਾਉਣ ਦਾ ਸਾਨੂੰ ਹੁਕਮ ਹੈ ਗੁਰੂ ਅਮਰਦਾਸ ਜੀ ਦਾ। ਹਾਂਜੀ। ਤੁਮ ਭੀ ਆਇਸ ਕਰਹੁ ਅਲਾਵਨ। ਤੇ ਵੇਖੋ ਕਿੰਨੀ ਨਿਮਰਤਾ ਗੁਰੂ ਰਾਮਦਾਸ ਜੀ ਦੀ, ਗੱਜ ਕੇ ਆਖੋ ਵਾਹਿਗੁਰੂ। ਕਮਾਲ ਹੀ ਹੈ ਗੁਰੂ ਰਾਮਦਾਸ ਜੀ ਦੀ ਨਿਮਰਤਾ। ਕਹਿਣ ਲੱਗੇ ਜਿਵੇਂ ਮਹਾਰਾਜ ਗੁਰੂ ਅਮਰਦਾਸ ਜੀ ਨੇ ਸਾਨੂੰ ਹੁਕਮ ਕੀਤਾ। ਗੁਰੂ ਰਾਮਦਾਸ ਜੀ ਕਹਿ ਰਹੇ, ਬਾਬਾ ਮੋਹਰੀ ਜੀ, ਜਿਵੇਂ ਤੁਹਾਡੇ ਪਿਤਾ ਨੇ ਸਾਨੂੰ ਹੁਕਮ ਕੀਤਾ ਸੀ ਨਾ ਸਰੋਵਰ ਬਣਾਓ, ਉਵੇਂ ਤੁਸੀਂ ਵੀ ਸਾਨੂੰ ਹੁਕਮ ਕਰੋ। ਕਹਿਣ ਲੱਗੇ ਅਸੀਂ ਸਰੋਵਰ ਬਣਾਈਏ, ਸਾਨੂੰ ਆਗਿਆ ਦਿਓ, ਅਸੀਂ ਜਾ ਕੇ ਸਰੋਵਰ ਦਾ ਕਾਰਜ ਕਰੀਏ। ਹਾਂਜੀ। ਆਪਨ ਮਨੋਰਥ ਸਬਨ ਸੁਨਾਵਾ। ਇਸ ਤਰੀਕੇ ਨਾਲ ਗੁਰੂ ਰਾਮਦਾਸ ਜੀ ਨੇ ਆਪਣੇ ਹਿਰਦੇ ਦਾ ਜਿਹੜਾ ਮਨੋਰਥ ਸੀ ਨਾ, ਇੱਛਾ ਸੀ, ਉਹ ਸਾਰਿਆਂ ਨੂੰ ਦੱਸ ਦਿੱਤੀ ਜੀ। ਹਾਂਜੀ। ਪ੍ਰੇਮ ਮਹਾਪਰਵਾਰ ਬਦਾਵਾ। ਜਦੋਂ ਸ਼ਾਂਤੀ ਨਾਲ ਪ੍ਰੇਮ ਨਾਲ ਬਚਨ ਕੀਤਾ, ਉਹਨਾਂ ਵੀ ਨਹੀਂ ਕੁਝ ਆਖਿਆ ਜੀ। ਹੁਣ ਵੇਖੋ ਨਾ ਜੀ, ਬੰਦਾ ਚੁੱਪ ਕਰਕੇ ਹੀ ਉੱਥੋਂ ਤੁਰ ਪਏ ਜੀ, ਕਿਸੇ ਨੂੰ ਦੱਸੇ ਨਾ, ਪੁੱਛੇ ਨਾ। ਉਹ ਦੂਜਿਆਂ ਦੇ ਮਨ 'ਚ ਵੀ ਸ਼ੰਕਾ ਆਉਣਾ ਸੀਗਾ ਜੀ। ਗੁਰੂ ਰਾਮਦਾਸ ਜੀ ਨੇ ਬਿਠਾ ਕੇ ਪ੍ਰੇਮ ਨਾਲ ਆਖਿਆ ਜੀ ਸਾਰਾ ਕੁਝ ਜੀ, ਜਿਸ ਨਾਲ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੇ ਮਨ ਵਿੱਚ ਵੀ ਪ੍ਰੇਮ ਬਣਿਆ ਰਿਹਾ ਜੀ। ਹਾਂਜੀ।
ਸੰਗਤ ਜੀ ਇਹ ਗੁਰੂ ਸਾਹਿਬ ਦੀ ਕਥਾ ਜੁਗਤ ਮਰਜ਼ਾਦਾ ਸਿਖਾਉਂਦੀ ਸਾਨੂੰ ਜੀ। ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਬੰਦੇ ਨੂੰ ਪਤਾ ਨਹੀਂ ਲੱਗਦੀਆਂ, ਬਣਿਆ ਪਿਆਰ ਟੁੱਟ ਜਾਂਦਾ ਜੀ। ਹਾਂਜੀ, ਮਹਾਰਾਜ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਆਖਿਆ ਜੀ। ਹਾਂਜੀ, ਮਿਲ ਕਰ ਗਵਨ ਕੀਨ ਤਤਕਾਲ ਹੈ, ਹਾਂਜੀ। ਸਿੱਖ ਸੰਗਤਾਂ ਸੰਗ ਬਿਸਾਲ ਹੈ। ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਸਤਿਗੁਰੂ ਹੋ, ਅਸੀਂ ਹੁਣ ਤੁਹਾਨੂੰ ਕੀ ਕਹਿ ਸਕਦੇ ਹਾਂ। ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਜੀ। ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਤੋਂ ਤੁਰੇ ਤੇ ਇਕੱਲੇ ਨਹੀਂ ਤੁਰੇ, ਨਾਲ ਬਹੁਤ ਸਾਰੀਆਂ ਸੰਗਤਾਂ ਲੈ ਕੇ ਤੁਰੇ ਜੀ। ਬਸ ਤੁਸੀਂ ਇਹ ਅੰਦਾਜ਼ਾ ਲਾ ਲਓ, ਜਿਸ ਪਾਸੇ ਗੁਰੂ ਰਾਮਦਾਸ ਜੀ ਜਾਂਦੇ ਸੀ ਉਧਰ ਰੌਣਕਾਂ ਲੱਗ ਜਾਂਦੀਆਂ ਸੀਗੀਆਂ ਜੀ। ਜਿੱਥੋਂ ਆ ਜਾਂਦੇ ਸਨ ਉੱਥੇ ਸਭ ਖਾਲੀ ਹੋ ਜਾਂਦਾ ਸੀਗਾ ਜੀ। ਇੱਕ ਮਹਾਂਪੁਰਖ ਕਹਿੰਦੇ ਆਪਣੀ ਸ਼ਖਸੀਅਤ ਇਹੋ ਜਿਹੀ ਬਣਾਓ, ਜਿੱਥੇ ਤੁਸੀਂ ਜਾਣਾ ਹੋਵੇ ਉੱਥੇ ਲੋਕਾਂ ਨੂੰ ਚਾਅ ਚੜਿਆ ਹੋਵੇ ਜੀ ਵੀ ਉਹ ਆ ਰਹੇ ਆ, ਤੇ ਜਿੱਥੋਂ ਤੁਸੀਂ ਆਉਣਾ ਹੋਵੇ ਉੱਥੇ ਲੋਕ ਰੋ ਰਹੇ ਹੋਣ ਵੀ ਇਹ ਕਿਉਂ ਚੱਲੇ ਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੰਗਤਾਂ ਸਮੇਤ ਤੁਰੇ, ਅੱਗੇ ਸਿੱਖ ਬਣ ਕੇ ਗਏ ਸੀ ਅੰਮ੍ਰਿਤਸਰ, ਅੱਜ ਗੁਰੂ ਬਣ ਕੇ ਆ ਰਹੇ ਆ ਜੀ। ਹਾਂਜੀ, ਭਏ ਤੁਰੰਗਨ ਪਰ ਅਸਵਾਰ, ਜੋ ਪਾਰੋ ਨੇ ਦੀਨ ਉਦਾਰ। ਤੇ ਤੁਸੀਂ ਸੁਣਿਆ ਜਿਹੜੀ ਬਾਬਾ ਪਾਰੋ ਜੀ ਨੇ ਮਹਾਰਾਜ ਨੂੰ ਘੋੜੀ ਦਿੱਤੀ ਸੀ ਗੁਰੂ ਅਮਰਦਾਸ ਜੀ ਨੂੰ, ਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ ਸੀਗੀ ਜੀ। ਉਸ ਘੋੜੀ ਦੇ ਉੱਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੱਜ ਗਏ ਜੀ, ਬੈਠ ਗਏ ਮਹਾਰਾਜ। ਹਾਂਜੀ, ਚੰਚਲ ਮਹਾ ਚਲਤ ਗੋ ਨਰੂਰੀ। ਹੁਣ ਉਹ ਜਿਹੜੀ ਘੋੜੀ ਹੈ ਨਾ ਜੀ, ਉਹ ਆਲਸੀ ਨਹੀਂ ਹੈਗੀ ਜੀ, ਬੜੀ ਸਪੀਡ ਨਾਲ ਚੱਲਦੀ ਹੈ, ਬੜੇ ਗੁਣਾ ਭਰਪੂਰ ਘੋੜੀ ਹੈਗੀ ਹੈ ਜੀ ਉਹ। ਹਾਂਜੀ, ਉਛਰਤ ਬੜੇ ਬੇਗ ਤੇ ਪੂਰੀ। ਕਹਿੰਦੇ ਜਦੋਂ ਮਹਾਰਾਜ ਉਸ ਘੋੜੀ ਤੇ ਬਹਿ ਜਾਂਦੇ ਨਾ ਗੁਰੂ ਰਾਮਦਾਸ ਜੀ, ਘੋੜੀ ਨੂੰ ਤੇ ਚਾਅ ਹੀ ਚੜ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ, ਮੇਰੇ ਮਾਲਕ ਸੱਚੇ ਪਾਤਸ਼ਾਹ ਮੇਰੇ ਤੇ ਸਵਾਰੀ ਕਰ ਰਹੇ ਹੈ। ਕਹਿਣ ਲੱਗੇ ਜਿਹੜੀ ਘੋੜੀ ਹੈ ਬੜੇ ਬੇਗ ਨਾਲ ਉਛਲਦੀ ਹੈ। ਹਾਂਜੀ, ਇੰਜ ਲੱਗਦਾ ਹੈ ਮਨ ਹੋ ਅਵਨ ਪਰ ਪਾਏ ਨਾ ਲਾਵੈ। ਜਦੋਂ ਬੜੀਆਂ ਸਪੀਡਾਂ ਨਾਲ ਛਾਲਾਂ ਮਾਰਦੀ ਘੋੜੀ ਜਾਂਦੀ ਨਾ, ਗੁਰੂ ਰਾਮਦਾਸ ਜੀ ਉੱਤੇ ਬੈਠੇ ਆ, ਸੱਜੇ ਆ, ਤੇ ਕਹਿਣ ਲੱਗੇ ਇਉਂ ਮਹਿਸੂਸ ਹੁੰਦਾ ਜਿਵੇਂ ਘੋੜੀ ਦੇ ਪੈਰ ਧਰਤੀ ਤੇ ਲੱਗ ਹੀ ਨਹੀਂ ਰਹੇ ਜੀ। ਹਾਂਜੀ, ਦੇਖੀਅਤ ਉਡੀ ਗਗਨ ਜਨ ਜਾਵੈ। ਐ ਲੱਗਦਾ ਜਿਵੇਂ ਘੋੜੀ ਉੱਡਦੀ ਜਾ ਰਹੀ ਹੈ ਜੀ, ਜਿਵੇਂ ਗੱਡੀ ਬੜੀ ਸਪੀਡ ਜਾ ਰਹੀ ਹੋਵੇ ਤਾਂ ਆਪਾਂ ਕਹਿੰਦੇ ਉੱਡਦੀ ਜਾਂਦੀ ਹੈ। ਬਾਬਾ ਪਾਰੋ ਜੀ ਵਾਰੀ ਵੀ ਇੰਝ ਹੁੰਦਾ ਸੀਗਾ ਜੀ, ਘੋੜੀ ਬੜੀ ਸਿਆਣੀ ਉੱਡਦੀ ਜਾ ਰਹੀ ਹੈ ਜੀ। ਹਾਂਜੀ, ਮਨ ਕੀ ਗਤ ਕੋ ਲਖਬੇ ਕਰੈ। ਵਾਹ ਵਾਹ, ਵੇਖੋ ਕਿੱਡੀ ਸਿਆਣੀ ਹੋਏਗੀ ਉਹ ਘੋੜੀ ਜੀ। ਪਤਾ ਉਹ ਕੀ ਕਰਦੀ ਜੀ, ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਉਹ ਮਨ ਦੀ ਗੱਲ ਸਮਝ ਲੈਂਦੀ ਸੀਗੀ ਜੀ ਘੋੜੀ ਦੀ, ਵੀ ਮਹਾਰਾਜ ਤੇਜ਼ ਜਾਣਾ ਚਾਹੁੰਦੇ ਆ ਜਾਂ ਹੌਲੀ ਹੌਲੀ ਜਾਣਾ ਚਾਹੁੰਦੇ ਆ। ਹਾਂਜੀ, ਜਿਮ ਇੱਛਾ ਤਿਮ ਹੀ ਅਨੁਸਰੈ। ਤੇ ਜਿਵੇਂ ਮਹਾਰਾਜ ਦੀ ਇੱਛਾ ਹੁੰਦੀ ਸੀ ਨਾ ਜੀ, ਉਵੇਂ ਹੀ ਘੋੜੀ ਚੱਲਦੀ ਸੀਗੀ ਜੀ। ਹਾਂਜੀ, ਮੈਨੂੰ ਮਾਫ ਕਰਿਓ, ਘੋੜੀ ਨੂੰ ਤੇ ਗੁਰੂ ਦੀ ਇੱਛਾ ਵਿੱਚ ਰਹਿਣਾ ਆਉਂਦਾ, ਬੰਦੇ ਨੂੰ ਹੀ ਨਹੀਂ ਆਉਂਦਾ ਜੀ। ਬੰਦਾ ਗੁਰੂ ਦੀ ਇੱਛਾ ਵਿੱਚ ਨਹੀਂ ਰਹਿੰਦਾ ਜੀ, ਇਹ ਆਪਣੀ ਇੱਛਾ ਵਿੱਚ ਰਹਿੰਦਾ ਜੀ। ਜਿਵੇਂ ਮਹਾਰਾਜ ਦੀ ਇੱਛਾ ਹੁੰਦੀ ਸੀਗੀ, ਘੋੜੀ ਉਵੇਂ ਜਾਂਦੀ ਸੀਗੀ ਜੀ। ਹਾਂਜੀ, ਅਲਪ ਕਾਲ ਮਹਿ ਚਲਹਿ ਬਿਸਾਲਾ। ਥੋੜੇ ਸਮੇਂ ਵਿੱਚ ਜ਼ਿਆਦਾ ਸਫ਼ਰ ਤੈਅ ਕਰਦੀ ਹੁੰਦੀ ਸੀ ਉਹ ਘੋੜੀ। ਹਾਂਜੀ, ਅਵਲੋ ਕਹਿ ਬਿਸਮਹਿ ਨਰ ਜਾਲਾ। ਲੋਕ ਵੇਖਦੇ ਆ ਮਹਾਰਾਜ ਘੋੜੀ ਤੇ ਬੈਠੇ ਗੁਰੂ ਰਾਮਦਾਸ ਜੀ, ਦਰਸ਼ਨ ਕਰੋ। ਸਫੇਦ ਉਹ ਘੋੜੀ ਸੀਗੀ ਜੀ, ਤੇ ਗੁਰੂ ਰਾਮਦਾਸ ਜੀ ਨੇ ਸਫੇਦ ਹੀ ਬਸਤਰ ਪਾਏ, ਦਾੜਾ ਲੰਬਾ ਮਹਾਰਾਜ ਦਾ ਕਾਲੇ ਰੰਗ ਦਾ ਜੀ, ਚਿਹਰੇ ਤੇ ਨੂਰ ਹੀ ਨੂਰ, ਪ੍ਰਕਾਸ਼ ਜੀ। ਤੇ ਘੋੜੀ ਐ ਉੱਡਦੀ ਜਾ ਰਹੀ ਐ, ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਕਰਕੇ ਬੜੇ ਪ੍ਰਸੰਨ ਹੋ ਰਹੀਆਂ ਨੇ, ਤੇ ਘੋੜੀ ਵੱਲ ਵੇਖ ਹੈਰਾਨ ਹੋ ਰਹੀਆਂ ਨੇ। ਹਾਂਜੀ, ਚੱਕ ਗੁਰੂ ਕੇ ਪਹੁੰਚੇ ਜਾਏ। ਲਓ ਜੀ, ਥੋੜੇ ਸਮੇਂ ਵਿੱਚ ਹੀ ਘੋੜੀ ਨੇ ਉਹ ਚੱਕ ਗੁਰੂ ਕੇ ਪਹੁੰਚਾ ਦਿੱਤਾ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ
ਬੀਬੀ ਭਾਨੀ ਜੀ ਸਮੇਤ, ਸੰਗਤਾਂ ਦੇ ਸਮੇਤ, ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਚੱਕ ਗੁਰੂ ਕੇ ਆਏ ਜੀ। ਚੱਕ ਗੁਰੂ ਕਾ ਕਿਹੜਾ ਭਲਾ? ਅੰਮ੍ਰਿਤਸਰ ਦੀ। ਹਾਂਜੀ। ਸੰਗ ਸੰਗਤਾਂ ਹੈ ਸਮੁਦਾਏ, ਨਾਲ ਮਹਾਰਾਜ ਗਰੀਬ ਨਵਾਜ ਜੀ ਦੇ ਬੜੀਆਂ ਸੰਗਤਾਂ ਨੇ ਜੀ। ਬਾਬਾ ਬੁੱਢਾ ਸਾਹਿਬ, ਬੀਬੀ ਭਾਨੀ ਜੀ, ਹੋਰ ਗੁਰੂ ਕੀਆਂ ਸਿੱਖ ਸੰਗਤਾਂ। ਹਾਂਜੀ। ਕਾਰ ਤਾਲ ਕੀ ਕਛ ਕਰਵਾਈ, ਹਾਂਜੀ। ਸਿੱਖ ਨਿਕਾਸਹਿ ਬਹੁ ਫਲ ਪਾਈ। ਤੇ ਮਹਾਰਾਜ ਪਹੁੰਚ ਕੇ ਨਾ ਗੁਰੂ ਕੀਆਂ ਸੰਗਤਾਂ ਨੂੰ ਕਹਿਣ ਲੱਗੇ, ਭਾਗਾਂ ਵਾਲਿਓ ਸਰੋਵਰ ਦੀ ਸੇਵਾ ਆਰੰਭ ਕਰੋ। ਕਹਿਣ ਲੱਗੇ, ਕੱਢੋ ਮਿੱਟੀ। ਹਾਂਜੀ, ਸਰੋਵਰ ਦੀ ਸੇਵਾ ਆਰੰਭ ਹੋਈ। ਮਿੱਟੀ ਕੱਢਣੀ ਸੰਗਤਾਂ ਨੇ ਸ਼ੁਰੂ ਕੀਤੀ ਜੀ। ਮਹਾਰਾਜ ਦਾ ਆਸਣ ਲੱਗ ਗਿਆ। ਮਹਾਰਾਜ ਇੱਕ ਪਾਸੇ ਬੈਠ ਗਏ। ਹੁਣ ਤੁਸੀਂ ਅੰਦਾਜ਼ਾ ਲਾਓ, ਸਾਹਮਣੇ ਗੁਰੂ ਰਾਮਦਾਸ ਜੀ ਬੈਠੇ ਹੋਣ ਤੇ ਸੇਵਾ ਕਰਨ ਵਾਲਿਆਂ ਦਾ ਆਨੰਦ ਵੀ 2 ਗੁਣਾ ਵੱਧ ਜਾਂਦਾ ਜੀ। ਹਾਂਜੀ। ਮਹਾ ਮਹਾਤਮ ਸਤਿਗੁਰ ਕਹੈ, ਮਹਾਰਾਜ ਗਰੀਬ ਨਵਾਜ ਗੁਰੂ ਰਾਮਦਾਸ ਜੀ ਨਾ ਸਰੋਵਰ ਦਾ ਬੜਾ ਵੱਡਾ ਮਹਾਤਮ ਦੱਸ ਰਹੇ ਆ। ਹਾਂਜੀ। ਕਾਰ ਕੱਢਤ ਮਨ ਬਾਂਛਤ ਲਹੈ। ਵਾਹ ਵਾਹ। ਮਹਾਰਾਜ ਕਹਿਣ ਲੱਗੇ, ਸਿੱਖੋ ਮਿੱਟੀ ਕੱਢੋ, ਸੇਵਾ ਕਰੋ, ਜੋ ਸੋਚੋਗੇ ਉਹ ਮਿਲ ਜਾਏਗਾ। ਕਹਿਣ ਲੱਗੇ, ਇਹੋ ਕੁਝ ਹੀ ਸਾਨੂੰ ਚਾਹੀਦਾ ਜੀ। ਮਹਾਰਾਜ ਕਹਿੰਦੇ, ਜੋ ਸੋਚੋਗੇ ਉਹ ਮਿਲ ਜਾਏਗਾ। ਹਾਂਜੀ। ਕਿਤਕ ਮਾਸ ਜਬ ਰਹਿਤ ਬਿਤਾਏ, ਜੋ ਮੰਗੋਗੇ ਉਹ ਮਿਲੇਗਾ। ਕੁਝ ਮਹੀਨੇ ਮਹਾਰਾਜ ਬੈਠੇ ਰਹੇ। ਹੁਣ ਕੁਝ ਮਹੀਨੇ ਦੀਆਂ ਸਾਖੀਆਂ ਤੇ ਬੜੀਆਂ ਹੋਈਆਂ ਹੋਣਗੀਆਂ ਜੀ। ਕਿੰਨੇ ਪ੍ਰੇਮੀ ਆਏ ਹੋਣਗੇ, ਕਿੰਨਿਆਂ ਨੇ ਸੋਚਿਆ ਹੋਏਗਾ, ਮਹਾਰਾਜ ਮੈਂ ਮਿੱਟੀ ਕੱਢਦਾ, ਮੇਰੇ ਘਰ ਧੀ ਪੁੱਤ ਹੋਵੇ, ਮੇਰੇ ਘਰ ਮਹਾਰਾਜ ਆ ਮੇਰੀ ਨੌਕਰੀ ਚੰਗੀ ਹੋ ਜੇ, ਸੱਚੇ ਪਾਤਸ਼ਾਹ ਸਾਡੀਆਂ ਗਾਵਾਂ ਮੱਝਾਂ ਦੁੱਧ ਦੇਣ ਚੰਗਾ। ਇਹੋ ਜਿਹੀਆਂ ਮੰਗਾਂ ਹੁੰਦੀਆਂ ਲੋਕਾਂ ਦੀਆਂ ਜੀ। ਖੂਬ ਲੋਕਾਂ ਮੰਗਿਆ। ਜਿਹੜਾ ਜਿਹੜਾ ਸੇਵਾ ਕਰਦਾ ਸੀ ਉਹਨੂੰ ਉਹ ਮਿਲੀ ਜਾਂਦਾ ਸੀਗਾ ਜੀ। ਹਾਂਜੀ। ਕਿਉਂ? ਵਰਤਣਾ ਤੇ ਗੁਰੂ ਜੀ ਦਾ ਬਚਨ ਹੈ ਜੀ। ਕਈ ਮਹੀਨੇ ਸਰੋਵਰ ਦੀ ਸੇਵਾ ਚੱਲਦੀ ਰਹੀ। ਸੰਗਤਾਂ ਮਿੱਟੀ ਕੱਢਦੀਆਂ ਰਹੀਆਂ ਜੀ। ਹਾਂਜੀ। ਕੀਰਤ ਪਸਰੀ ਛਿਤ ਅਧਿਕਾਏ। ਉਹ ਲਓ, ਜਦੋਂ ਸੰਗਤਾਂ ਦੀਆਂ ਮੰਗਾਂ ਪੂਰੀਆਂ ਹੋਣ ਲੱਗ ਪਈਆਂ ਸੇਵਾ ਕਰਦਿਆਂ ਕਰਦਿਆਂ, ਉਹ ਤੇ ਸਾਰੇ ਜੱਗ ਵਿੱਚ ਹੀ ਗੱਲ ਪ੍ਰਸਿੱਧ ਹੋ ਗਈ, ਭਾਈ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਬਣਾ ਰਹੇ ਐ, ਅੰਮ੍ਰਿਤ ਸਰੋਵਰ ਬਣਾ ਰਹੇ ਐ। ਜਿਹੜਾ ਜਾ ਕੇ ਸੇਵਾ ਕਰਦਾ, ਜੋ ਮੰਗਦਾ ਉਹਨੂੰ ਮਿਲ ਜਾਂਦਾ ਹੈ। ਹਾਂਜੀ। ਅਨਕ ਪ੍ਰਕਾਰ ਮਨੋਰਥ ਮਨ ਕੇ, ਕਰਤ ਸੰਪੂਰਨ ਸਿੱਖਿਅਨ ਗਨ ਕੇ। ਤੇ ਲਓ, ਗੁਰੂ ਰਾਮਦਾਸ ਸਾਹਿਬ ਅਨੇਕ ਤਰ੍ਹਾਂ ਦੇ ਸਿੱਖਾਂ ਦੇ ਮਨੋਰਥ ਪੂਰੇ ਕਰਦੇ ਆ ਜੀ। ਅਨੇਕ ਤਰ੍ਹਾਂ ਦੇ ਮਨੋਰਥ ਜਿਹੜੇ ਆ ਨਾ ਮਹਾਰਾਜ ਪੂਰੇ ਕਰ ਦਿੰਦੇ ਆ। ਹਾਂਜੀ। ਜਹ ਕਹੈ ਸੋ ਜਸ ਕਰਹਿ ਨਰ ਨਾਰੀ। ਉਹ ਜਿਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਜੀ, ਉਹ ਤੇ ਢੋਲ ਵਜਾ ਵਜਾ ਆਉਂਦੇ ਜੀ ਬਾਅਦ ਵਿੱਚ। ਹਾਂਜੀ। ਜਿੱਥੇ ਜਿੱਥੇ ਕਿਸੇ ਦੀ ਇੱਛਾ ਪੂਰੀ ਹੁੰਦੀ, ਉਹ ਉੱਥੇ ਉੱਥੇ ਜਾ ਕੇ ਮਹਾਰਾਜ ਦੀਆਂ ਸਿਫਤਾਂ ਸੁਣਾਉਂਦਾ। ਭਾਈ ਪਿਆਰਿਓ, ਅਸੀਂ ਸਰੋਵਰ ਦੀ ਸੇਵਾ ਕਰਦੇ ਸਾਂ, ਮਿੱਟੀ ਕੱਢਦੇ ਸਾਂ, ਤੇ ਅਸੀਂ ਇਹ ਗੱਲ ਮੰਗੀ, ਗੁਰੂ ਨੇ ਸਾਡੀ ਪੂਰੀ ਕਰ ਦਿੱਤੀ ਜੀ। ਲਓ ਸੰਗਤ ਜੀ, ਅਜੇ ਸਰੋਵਰ 'ਚ ਜਲ ਨਹੀਂ ਪਿਆ, ਉਦੋਂ ਹੀ ਸਿੱਖ ਸੁਖੀ ਹੋਣ ਲੱਗ ਪਏ। ਜਦੋਂ ਜਲ ਪੈ ਗਿਆ ਫਿਰ ਤੇ ਸੁੱਖ ਹੀ ਸੁੱਖ ਹੋ ਗਿਆ ਨਾ ਜੀ। ਹਾਂਜੀ। ਆਵਨ ਲਾਗਸ ਨਿਤ ਧਨ ਭਾਰੀ। ਹੁਣ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਪਰਿਕਰਮਾ ਵਿੱਚ ਹੀ ਉੱਥੇ ਬੈਠੇ ਹੋਣਾ ਜੀ। ਹਾਂਜੀ। ਨਾ ਕੋਈ ਪਰਿਕਰਮਾ ਪੱਕੀ, ਕੱਚਾ ਹੀ ਹੁੰਦਾ ਸੀਗਾ ਸਾਰਾ ਕੁਝ ਜੀ। ਤੇ ਮਹਾਰਾਜ ਗਰੀਬ ਨਵਾਜ ਨੇ ਉੱਥੇ ਬੈਠੇ ਹੋਣਾ। ਸੰਗਤਾਂ ਨੇ ਸੇਵਾ ਕਰਨੀ। ਆਸੇ ਪਾਸੇ ਸਾਰਾ ਇਲਾਕਾ ਹੀ ਆਉਣ ਲੱਗ ਪਿਆ ਸੇਵਾ ਕਰਨ ਲਈ ਜੀ। ਪਿੰਡਾਂ ਦੇ ਪਿੰਡ ਸੇਵਾ ਕਰਨ ਵਾਸਤੇ ਆਉਣ ਲੱਗ ਪਏ ਜੀ। ਹਾਂਜੀ। ਤੇ ਜਿੱਥੇ ਸੇਵਾ ਕਰਨ ਆਉਣ ਲੱਗ ਪਏ, ਉੱਥੇ ਚੜਾਵਾ ਵੀ ਆਉਣ ਲੱਗ ਪਿਆ ਜੀ। ਤੁਸੀਂ ਸੁਣਿਆ ਨਾ ਵੀ ਮਾਇਆ ਨੂੰ 12 ਕੋ ਦੂਰ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ, 6 ਕੋ ਗੁਰੂ ਅੰਗਦ ਸਾਹਿਬ ਨੇ। ਗੁਰੂ ਅਮਰਦਾਸ ਸਾਹਿਬ ਬੜੀ ਦਰਵਾਜ਼ੇ 'ਚ ਆ ਗਈ ਸੀ ਤੇ ਗੁਰੂ ਰਾਮਦਾਸ ਜੀ ਨੇ ਚਰਨੀ ਲਾ ਲਈ ਸੀਗੀ ਜੀ। ਹਾਂਜੀ। ਸੋਢੀ ਬੰਸ ਲਾਹੌਰ ਜੋਰ ਹੈ। ਮਹਾਰਾਜ ਗਰੀਬ ਨਵਾਜ ਜੀ ਦੇ ਰਿਸ਼ਤੇਦਾਰ ਸੋਢੀ ਜਿਹੜੇ ਲਾਹੌਰ 'ਚ ਰਹਿੰਦੇ ਸੀ, ਉਹਨਾਂ ਦੇ ਕੋਲ ਮਹਾਰਾਜ ਦੀ ਸਿਫਤ ਪਹੁੰਚੀ ਜੀ। ਹਾਂਜੀ। ਕੀਰਤ ਸੁਨਤ ਸਕਲ ਸੁਖ ਲਹੈ। ਜਦੋਂ ਉਹਨਾਂ ਨੇ ਮਹਾਰਾਜ ਦਾ ਜਸ ਸੁਣਿਆ, ਮਹਾਰਾਜ ਦੀ ਕੀਰਤੀ ਸੁਣੀ, ਸੱਚੇ ਪਾਤਸ਼ਾਹ ਜੀ ਦੀ, ਲਾਹੌਰੀਆਂ ਨੇ, ਸੋਢੀਆਂ ਨੇ। ਹਾਂਜੀ।
ਅਮਰ ਗੁਰੂ ਨੇ ਗੁਰਤਾ ਦਈ। ਕੀ ਸੁਣਿਆ ਕਿ ਸਾਡੇ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਹੈ, ਉਹ ਤੇ ਮਾਲਕ ਬਣ ਗਏ ਹੈ। ਹਾਂਜੀ, ਸੰਗਤ ਸੰਗ ਅਦਿਕ ਤਿਨ ਭਈ। ਤੇ ਸੰਗਤਾਂ ਬੜੀਆਂ ਨਾਲ ਨੇ ਮਹਾਰਾਜ ਦੀਆਂ, ਬੜੀਆਂ ਸੰਗਤਾਂ ਗੁਰੂ ਅਮਰਦਾਸ ਜੀ ਦੀਆਂ ਗੁਰੂ ਰਾਮਦਾਸ ਜੀ ਦੇ ਨਾਲ ਹੋ ਗਈਆਂ। ਸਾਰਾ ਸਿੱਖ ਜਗਤ ਗੁਰੂ ਰਾਮਦਾਸ ਜੀ ਨੂੰ ਮੰਨਣ ਲੱਗ ਪਿਆ। ਹਾਂਜੀ, ਲੋਕ ਹਜ਼ਾਰਾਂ ਬੰਦੈ ਖਰੈ। ਤੇ ਹਜ਼ਾਰਾਂ ਲੋਕ ਹਰ ਰੋਜ਼ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਣ ਵਾਸਤੇ ਖਲੋਤੇ ਹੁੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਅੱਛਾ, ਤੁਸੀਂ ਕਹੋਗੇ ਤੇ ਪਹਿਲਾਂ ਦੀਆਂ ਗੱਲਾਂ, ਤੁਸੀਂ ਦੱਸੋ ਅੱਜ ਖਲੋਂਦੇ ਕਿ ਨਹੀਂ ਖਲੋਂਦੇ ਜੀ? ਖਲੋਂਦੇ ਕਿ ਨਹੀਂ ਜੀ? ਪਹਿਲਾਂ ਤੇ ਚਲੋ ਦੂਜੇ ਰਾਹ ਖਾਸ ਬੰਦਿਆਂ ਨੂੰ ਭੇਜ ਦਿੰਦੇ ਸੀ, ਹੁਣ ਉਹ ਵੀ ਬੰਦ ਕਰਤਾ ਜੀ। ਤੇ ਬੜੇ ਬੜੇ ਖਾਸ ਜਿਹੜੇ ਬੰਦੇ ਆ ਨਾ ਜੀ, ਕਹਿੰਦੇ ਕਹਾਉਂਦੇ, ਉਹ ਵੀ ਲਾਈਨ 'ਚ ਲੱਗੇ ਹੁੰਦੇ ਜੀ ਦਰਸ਼ਨਾਂ ਵਾਸਤੇ ਜੀ। ਸੋਢੀਆਂ ਨੇ ਸੁਣਿਆ ਹਜ਼ਾਰਾਂ ਲੋਕ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਖਲੋਤੇ ਰਹਿੰਦੇ ਆ। ਹਾਂਜੀ, ਦੇਬੋ ਜਨ ਮਨ ਬਾਂਛਤ ਕਰੇ। ਤੇ ਜੋ ਕੋਈ ਉਹਨਾਂ ਕੋਲੋਂ ਮੰਗਦਾ, ਮੂੰਹ ਮੰਗੀ ਦਾਤ ਵੀ ਗੁਰੂ ਰਾਮਦਾਸ ਜੀ ਦਿੰਦੇ ਆ। ਇੱਥੇ ਆ ਕੇ ਸੰਸਾਰੀ ਫਿਰ ਬਹੁਤੇ ਡੁੱਲ ਜਾਂਦੇ ਆ ਜੀ। ਹਾਂਜੀ, ਇਤਿਆਦਿਕ ਸੁਨ ਸੋਢੀ ਸਾਰੇ। ਸੋਢੀਆਂ ਨੇ ਜਦੋਂ ਇਸ ਤਰ੍ਹਾਂ ਸੋਚਿਆ, ਤੇ ਸੋਢੀਆਂ ਨੇ ਵਾਹਿਗੁਰੂ ਜਦੋਂ ਸੁਣਿਆ, ਤੇ ਸੋਢੀ ਸੋਚਦੇ ਵੀ ਆਪਾਂ ਵੀ ਜਾ ਕੇ ਦਰਸ਼ਨ ਕਰੀਏ। ਪਹਿਲਾਂ ਭਾਵੇਂ ਕੋਈ ਆਵੇ ਤੇ ਨਹੀਂ ਆਵੇ, ਪਰ ਜਦੋਂ ਵੱਡੀ ਪਦਵੀ ਮਿਲ ਜਾਂਦੀ ਉਦੋਂ ਸਾਰੇ ਹੀ ਝੁਕਣ ਲੱਗ ਪੈਂਦੇ ਜੀ। ਸਕਾ ਭਰਾ ਗਰੀਬ ਹੋਵੇ ਨਾ ਜੀ, ਤੇ ਵੱਡਾ ਭਰਾ ਹੋਵੇ ਅਮੀਰ, ਤੇ ਸਾਧ ਸੰਗਤ ਜੀ ਉਹ ਗਰੀਬ ਭਰਾ ਦੀ ਕੁੜੀ ਦੇ ਵਿਆਹ ਵਿੱਚ ਜਾਣ ਲੱਗਿਆ ਸੰਗਦਾ ਹੈ, ਲੋਕ ਕੀ ਆਖਣਗੇ। ਹਾਂਜੀ, ਤੇ ਭਰਾ ਹੋਵੇ ਅਮੀਰ, ਤੇ ਬੰਦਾ ਆਪੇ ਹੀ 2 ਕਿਲੋ ਦੁੱਧ ਲੈ ਕੇ ਉੱਥੇ ਪਹੁੰਚ ਜਾਂਦਾ ਜੀ। ਉਹ ਕਹਿੰਦਾ ਜੀ ਅਸੀਂ ਤੇ ਤੁਹਾਨੂੰ ਅਜੇ ਸੱਦਿਆ ਵੀ ਨਹੀਂ। ਤੇ ਬੰਦਾ ਕਹਿੰਦਾ ਜੀ ਆਪਣਿਆਂ ਨੂੰ ਸੱਦਣ ਦੀ ਥੋੜੀ ਲੋੜ ਹੁੰਦੀ ਹੈ ਜੀ। ਹਾਂਜੀ, ਪਹਿਲਾਂ ਬੰਦਾ ਬੁਲਾਵੇ ਨਾ ਬੁਲਾਵੇ, ਜਦੋਂ ਪਦਵੀ ਵੱਡੀ ਆਉਂਦੀ ਝੁਕਣਾ ਹੀ ਪੈਂਦਾ ਜੀ ਅੱਗੇ ਜੀ। ਤੇ ਗੁਰੂ ਰਾਮਦਾਸ ਸਾਹਿਬ ਤੇ ਵੈਸੇ ਹੀ ਦਿਲਾਂ ਦੇ ਮਾਲਕ ਨੇ, ਸਤਿਗੁਰੂ ਨੇ, ਪਰਮੇਸ਼ਰ ਨੇ, ਇਹਨਾਂ ਅੱਗੇ ਤੇ ਕੁੱਲ ਦੁਨੀਆ ਨੇ ਝੁਕਣਾ ਜੀ। ਸੋ ਜਿਹੜੇ ਸੋਢੀ ਹੈ ਨਾ, ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਫੁਰਨਾ ਬਣਾਇਆ ਜੀ। ਹਾਂਜੀ, ਦਰਸ਼ਨ ਕੋ ਆਏ ਹਿਤ ਧਾਰੇ। ਬੜਾ ਪਿਆਰ ਧਾਰਨ ਕਰਕੇ ਨਾ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਵਿੱਚ ਆਏ ਜੀ। ਚੱਕ ਗੁਰੂ ਕੇ ਆਏ ਜੀ। ਹਾਂਜੀ, ਚੱਕ ਗੁਰੂ ਕੇ ਆਨ ਮਿਲੇ ਹੈ। ਇੱਥੇ ਬੜੀਆਂ ਸੰਗਤਾਂ, ਬੜੇ ਸਰੋਵਰ ਦੀ ਸੇਵਾ ਹੋ ਰਹੀ ਹੈ, ਸੋਢੀ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਜੀ। ਹਾਂਜੀ, ਸਨਮਾਨੇ ਸਤਿਗੁਰੂ ਭਲੇ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਜਦੋਂ ਆ ਕੇ ਮਹਾਰਾਜ ਨੂੰ ਮਿਲੇ, ਗੁਰੂ ਰਾਮਦਾਸ ਜੀ ਨੇ ਬੜਾ ਸਨਮਾਨ ਕੀਤਾ ਉਹਨਾਂ ਦਾ ਜੀ। ਮਹਾਰਾਜ ਤੇ ਸਭਨਾਂ ਦਾ ਸਨਮਾਨ ਕਰਦੇ, ਸੋਢੀਆਂ ਦਾ ਸਨਮਾਨ ਕੀਤਾ, ਉਹਨਾਂ ਨੂੰ ਪਾਸ ਬਿਠਾਇਆ ਆਪਣੇ। ਹਾਂਜੀ, ਇੱਕ ਦਿਨ ਬਸ ਗੁਰ ਕੇ ਸੰਗ ਕਹਿਓ। ਇੱਕ ਰਾਤ ਸੋਢੀ ਰਹੇ ਜੀ। ਸੰਗਤਾਂ ਬਹੁਤ ਆ ਰਹੀਆਂ, ਸਰੋਵਰ ਦੀ ਸੇਵਾ ਹੋ ਰਹੀ ਹੈ। ਸੋਢੀਆਂ ਵੇਖਿਆ ਬੜੇ ਖੁਸ਼ ਹੋ ਰਹੇ ਆ, ਲੰਗਰ ਲੱਗੇ, ਸੇਵਾ ਹੋ ਰਹੀ, ਜੈ ਜੈਕਾਰਾਂ ਹੋ ਰਹੀਆਂ। ਹਾਂਜੀ, ਲਵਪੁਰ ਮੈਂ ਤੁਮਰੋ ਘਰ ਲਹਿਓ। ਇੱਕ ਰਾਤ ਰਹੇ, ਅਗਲੇ ਦਿਨ ਸੋਢੀ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੇ ਜੀ ਤੁਹਾਡਾ ਘਰ ਲਾਹੌਰ ਵਿੱਚ ਹੈਗਾ। ਕਿਸੇ ਪਿੰਡ ਦਾ ਬੰਦਾ ਵਧੀਆ ਤਰੱਕੀ ਕਰ ਜੇ ਤੇ ਸ਼ਹਿਰ ਆ ਜੇ, ਪਿੰਡ ਵਾਲੇ ਕਹਿੰਦੇ ਜੀ ਪਿੰਡ 'ਚ ਗੇੜਾ ਜ਼ਰੂਰ ਮਾਰਿਓ। ਹਾਂਜੀ, ਕਿਉਂ? ਤੁਹਾਡੇ ਪਿੰਡ 'ਚ ਗੇੜਾ ਮਾਰਿਆ ਪਿੰਡ ਦੀ ਸ਼ਾਨ ਵੱਧ ਜੇਗੀ। ਤੇ ਲਾਹੌਰੀਏ ਤੇ ਸੋਢੀ ਕਹਿਣ ਲੱਗੇ ਜੀ ਤੁਹਾਡਾ ਘਰ ਲਾਹੌਰ ਵਿੱਚ ਹੈਗਾ। ਹਾਂਜੀ, ਪਿਤਾ ਤੁਮਾਰੇ ਸੁਰਗ ਸਿਧਾਏ। ਪਿਤਾ ਜੀ ਤੇ ਤੁਹਾਡੇ ਸਰੀਰ ਛੱਡ ਗਏ। ਹਾਂਜੀ, ਤਬ ਕੇ ਤੁਮ ਇਤ ਦਿਸ਼ ਚੱਲ ਆਏ। ਉਦੋਂ ਦੇ ਤੁਸੀਂ ਇਸ ਪਾਸੇ ਆ ਗਏ ਹੋ। ਹਾਂਜੀ, ਉਦੋਂ ਦੇ ਇਤਿਹਾਸਕਾਰ ਦੱਸਦੇ ਆ ਵੀ ਉਦੋਂ ਇਹੋ ਹੀ ਲੋਕ ਸੀਗੇ ਜਿਹੜੇ ਮਹਾਰਾਜ ਨੂੰ ਸਾਂਭਣ ਵਾਸਤੇ ਤਿਆਰ ਨਹੀਂ ਸੀ ਹੈਗੇ ਜੀ। ਹਾਂਜੀ, ਇਹ ਲੋਕ ਇਹੋ ਜਿਹੇ ਹੀ ਹੁੰਦੇ ਆ ਜੀ। ਹਾਂਜੀ, ਪਰ ਫਿਰ ਵੀ ਚੰਗੇ ਆ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਆ। ਹਾਂਜੀ, ਅਬ ਹੋਏ ਲਾਇਕ ਸਭ ਰੀਤ। ਕਹਿੰਦੇ ਜੀ ਮਹਾਰਾਜ ਹੁਣ ਤੁਸੀਂ ਲਾਇਕ ਹੋ ਗਏ ਤੇ ਯੋਗ ਹੋ ਗਏ, ਵੱਡੀ ਸਮਰੱਥਾ ਵਾਲੇ ਹੋ ਗਏ ਹੋ।
ਹਾਂਜੀ ਨਿਵਹਿ ਜਗਤ ਕਰ ਕੈ ਬੜ ਪ੍ਰੀਤ। ਮਹਾਰਾਜ ਹੁਣ ਤੇ ਸਾਰਾ ਜੱਗ ਹੀ ਤੁਹਾਡੇ ਅੱਗੇ ਝੁਕਦਾ। ਹਾਂਜੀ ਉਚਿਤ ਅਬਹਿ ਗਮਨ ਹੋ ਤਿਸ ਥਾਨ। ਤੇ ਮਹਾਰਾਜ ਹੁਣ ਕਿਰਪਾ ਕਰੋ ਤੇ ਆਪਣੇ ਨਗਰ ਵਿੱਚ ਵੀ ਮਹਾਰਾਜ ਚਰਨ ਪਾ ਦਿਓ। ਹਾਂਜੀ ਸਰਬ ਸੰਭਾਰਹੁ ਸਦਨ ਮਹਾਨ। ਮਹਾਰਾਜ ਆਪਣਾ ਘਰ ਸੰਭੋ। ਉੱਥੇ ਤੁਹਾਡਾ ਘਰ ਉਵੇਂ ਹੀ ਪਿਆ ਤੇ ਮਹਾਰਾਜ ਹੁਣ ਆਪਣਾ ਘਰ ਸੰਭੋ। ਹਾਂਜੀ ਆਪਣੇ ਬੰਸ ਬਿਖੇ ਅਬ ਚੱਲੀਐ ਹੈ। ਹੁਣ ਮਹਾਰਾਜ ਆਪਣੇ ਬੰਸ ਵਿੱਚ ਚੱਲੋ। ਹਾਂਜੀ ਉਹਨਾਂ ਨੂੰ ਮਾਣ ਹੋਣਾ ਸੀਗਾ ਵੀ ਗੁਰੂ ਰਾਮਦਾਸ ਸਾਹਿਬ ਅੱਜ ਸਾਡੇ ਇਲਾਕੇ ਵਿੱਚ ਆਏ ਹੈ ਜੀ। ਮੈਂ ਕਹਿੰਦਾ ਵੇਖੋ ਬੜੀ ਵੱਡੀ ਗੱਲ ਹੈ ਜੀ। ਅੱਜ ਸਾਡੇ ਘਰ ਗੁਰੂ ਰਾਮਦਾਸ ਜੀ ਸਰੀਰ ਕਰਕੇ ਹੁਣ ਤੇ ਆਉਣ ਤੇ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਖੁਸ਼ ਹੀ ਅਸੀਂ ਹੋਵਾਂਗੇ ਜੀ। ਹੈਂ ਸਾਡੇ ਘਰ ਗੁਰੂ ਰਾਮਦਾਸ ਜੀ ਆਏ ਹੈ ਤੇ ਚਲੋ ਮਹਾਰਾਜ ਤੇ ਸਰੀਰ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਹੀ ਰੂਪ ਨੇ, ਪਰ ਗੁਰੂ ਰਾਮਦਾਸ ਜੀ ਦੇ ਘਰ ਦੇ ਰਾਗੀ ਵੀ ਕਿਸੇ ਘਰ ਆ ਜਾਣ ਤੇ ਉਹ ਵੀ ਬੰਦਾ ਖੁਸ਼ ਹੋ ਜਾਂਦਾ ਵੀ ਦਰਬਾਰ ਸਾਹਿਬ ਦੇ ਰਾਗੀ ਆਏ ਸੀ ਸਾਡੇ ਘਰ, ਉਥੋਂ ਦੇ ਸਿੰਘ ਸਾਹਿਬ ਆਏ ਸੀ ਸਾਡੇ ਘਰ ਦੀ। ਇਹ ਵੀ ਬੜੀ ਖੁਸ਼ੀ ਵਾਲੀ ਗੱਲ ਹੈਗੀ ਜੀ। ਹਾਂਜੀ ਤੇ ਮਹਾਰਾਜ ਤੇ ਆਪ ਪ੍ਰਤੱਖ ਸਰੀਰ ਕਰਕੇ ਲਾਹੌਰੀਏ ਸੋਢੀ ਕਹਿੰਦੇ ਮਹਾਰਾਜ ਆਪਣੇ ਵੰਸ਼ ਵਿੱਚ ਚੱਲੋ। ਹਾਂਜੀ ਲਗ ਧੀਰਗ ਸਭ ਹਿਨ ਸੋ ਮਿਲੀ। ਛੋਟੇ ਵੱਡੇ ਮਹਾਰਾਜ ਸਾਰਿਆਂ ਨੂੰ ਮਿਲੋ, ਲਾਹੌਰ ਵਿੱਚ ਚਰਨ ਪਾਓ ਸੱਚੇ ਪਾਤਸ਼ਾਹ। ਹਾਂਜੀ ਕਿਤਕ ਦਿਓਸ ਮਿਲ ਬਸੀਐ ਹੈ ਤਹਾਂ। ਕੁਝ ਦਿਨ ਤੇ ਮਹਾਰਾਜ ਜ਼ਰੂਰ ਰਹੋ ਉੱਥੇ। ਸਾਡੀ ਬੇਨਤੀ ਹੈ ਕੁਝ ਦਿਨ ਆਪਣਿਆਂ ਵਿੱਚ ਜ਼ਰੂਰ ਰਹੋ। ਹਾਂਜੀ ਪੁਨ ਆਵਹੁ ਇੱਛਾ ਹੋਏ ਜਹਾਂ। ਫਿਰ ਮਹਾਰਾਜ ਜਿਵੇਂ ਆਪ ਜੀ ਦੀ ਇੱਛਾ ਉਵੇਂ ਕਰ ਲਿਓ ਮਹਾਰਾਜ। ਹਾਂਜੀ ਇਤਿਆਦਕ ਬਹੁ ਬਾਕ ਬਖਾਨੇ। ਇਸ ਤਰੀਕੇ ਨਾਲ ਬੜੀਆਂ ਬੇਨਤੀਆਂ ਕੀਤੀਆਂ ਸੋਡੀਆਂ ਨੇ ਜੀ। ਹਾਂਜੀ ਰਾਮਦਾਸ ਗੁਰ ਸੁਨ ਕਰ ਮਾਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਪੜੋ ਪੰਕਤੀ। ਰਾਮਦਾਸ ਗੁਰ ਸੁਨ ਕਰ ਮਾਨੇ। ਜਦੋਂ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਬੇਨਤੀ ਸੁਣੀ ਤੇ ਮਹਾਰਾਜ ਨੇ ਯੈਸ ਕਰ ਦਿੱਤੀ ਜੀ, ਹਾਂ ਕਰ ਦਿੱਤੀ। ਠੀਕ ਹੈ ਤੁਸੀਂ ਇੰਨੇ ਪ੍ਰੇਮ ਨਾਲ ਕਹਿ ਰਹੇ ਹੋ, ਅਸੀਂ ਲਾਹੌਰ ਚੱਲਦੇ ਹਾਂ। ਹਾਂਜੀ ਸਰਬ ਸੋਢੀਅਨ ਲੈ ਕਰ ਸੰਗ। ਬਸ ਆ ਹੁੰਦਾ ਤੇ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ, ਗੁਰੂ ਦੀ ਸੇਵਾ ਦਾ ਪ੍ਰਤਾਪ। ਜਿਹੜੇ ਸੋਢੀ ਉਸ ਸਮੇਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਨਾ, ਅੱਜ ਉਹ ਸੋਢੀ ਆਪਣੇ ਨਾਲ ਲੈ ਕੇ ਜਾ ਰਹੇ ਗੁਰੂ ਰਾਮਦਾਸ ਜੀ ਨੂੰ ਜੀ। ਬੜੀਆਂ ਸੰਗਤਾਂ ਨੇ ਮਹਾਰਾਜ ਦੇ ਨਾਲ ਜੀ। ਹਾਂਜੀ ਸੰਗਤ ਬ੍ਰਿੰਦ ਲਗੇ ਹਰ ਰੰਗ। ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਹੋਈਆਂ ਜਿਹੜੀਆਂ ਸੰਗਤਾਂ ਹੈ ਨਾ ਜੀ, ਉਹ ਮਹਾਰਾਜ ਦੇ ਨਾਲ ਚੱਲ ਰਹੀਆਂ। ਮਹਾਰਾਜ ਘੋੜੀ ਤੇ ਗਏ ਜੀ ਭਾਈ ਪਾਰੋ ਜੀ ਵਾਲੀ ਜੀ। ਹਾਂਜੀ ਲਵਪੁਰ ਕਹੋ ਤਬ ਕੀਨ ਪਿਆਨਾ। ਲਓ ਮਹਾਰਾਜ ਗਰੀਬ ਨਵਾਜ ਨੇ ਲਾਹੌਰ ਨੂੰ ਚਾਲਾ ਪਾਇਆ ਜੀ। ਇੱਥੇ ਜ਼ਿੰਮੇਵਾਰੀ ਲਾ ਦਿੱਤੀ ਵੀ ਕੁਝ ਪ੍ਰੇਮੀ ਇੱਥੇ ਰਹਿਣਗੇ, ਬਾਕੀ ਸਾਰੇ ਸਾਡੇ ਨਾਲ ਲਾਹੌਰ ਚੱਲੋ। ਤੇ ਕਿਸੇ ਸਮੇਂ ਇਕੱਲੇ ਹੀ ਗਏ ਸੀ ਮਹਾਰਾਜ ਲਾਹੌਰ ਜੀ। ਉਹ ਜਦੋਂ ਫੈਸਲਾ ਹੋਣਾ ਸੀਗਾ ਦਰਬਾਰ ਵਿੱਚ, ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਸੀ ਉਦੋਂ ਜੀ। ਅੱਜ ਮਹਾਰਾਜ ਗੁਰੂ ਬਣ ਕੇ ਜਾ ਰਹੇ, ਬਹੁਤ ਸੰਗਤਾਂ ਮਹਾਰਾਜ ਦੇ ਨਾਲ ਤੇ ਸੋਢੀ ਮਹਾਰਾਜ ਦਾ ਸਤਿਕਾਰ ਕਰ ਰਹੇ ਅੱਗੇ ਅੱਗੇ ਜੀ। ਹਾਂਜੀ ਨਿਸ ਬਸ ਇੱਕ ਪਹੁੰਚੇ ਤਿਸ ਥਾਨਾ। ਤੇ ਨਿਸ ਬਸ ਇੱਕ ਪਹੁੰਚੇ ਤਿਸ ਥਾਨਾ। ਮਹਾਰਾਜ ਚੱਲਦੇ ਰਹੇ ਇੱਕ ਰਾਤ ਰਸਤੇ ਵਿੱਚ ਠਹਿਰੇ ਜੀ। ਅਗਲੇ ਦਿਨ ਫਿਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਪਹੁੰਚੇ ਜੀ। ਹਾਂਜੀ ਆਪਣੇ ਸਦਨ ਕਰਿਓ ਤਬ ਡੇਰਾ। ਤੇ ਮਹਾਰਾਜ ਗਰੀਬ ਨਵਾਜ ਜੀ ਦਾ ਬਚਪਨ ਦਾ ਘਰ, ਜਿੱਥੇ ਮੇਰੇ ਸਮਰੱਥ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਹੈ, ਮਹਾਰਾਜ ਉਸ ਘਰ ਵਿੱਚ ਰਹੇ ਜੀ ਰਾਤ ਜੀ। ਹਾਂਜੀ ਸੰਗਤ ਜੀ, ਪਹਿਲਾਂ ਚੂਨਾ ਮੰਡੀ ਕਹਿੰਦੇ ਸਨ, ਹੁਣ ਚੂਨੀ ਮੰਡੀ ਵੀ ਕਹਿਣ ਲੱਗ ਪਏ ਹੈ। ਚੂਨਾ ਮੰਡੀ ਲਾਹੌਰ ਵਿੱਚ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਉਸ ਘਰ ਵਿੱਚ ਰਹੇ ਜੀ ਰਾਤ। ਹਾਂਜੀ ਹੋਤ ਦੇਗ ਲਗ ਅੰਨ ਕਨੇਰਾ। ਬਿਲਕੁਲ ਹੋ ਸਕਦਾ ਮਾਤਾ ਪਿਤਾ ਦੀ ਯਾਦ ਆਈ ਹੋਵੇ ਜੀ, ਬਚਪਨ ਦਾ ਸਮਾਂ ਵੀ ਯਾਦ ਆਇਆ ਹੋਵੇ ਜੀ। ਹਾਂਜੀ ਤੇ ਮਹਾਰਾਜ ਜਦੋਂ ਗਏ ਉੱਥੇ ਲੰਗਰ ਹੀ ਲੰਗਰ ਲੱਗ ਪਏ ਜੀ। ਉੱਥੇ ਤੇ ਬੜਾ ਵੱਡਾ ਲੰਗਰ ਲੱਗ ਪਿਆ ਜੀ ਵੀ ਮਹਾਰਾਜ ਗੁਰੂ ਰਾਮਦਾਸ ਜੀ ਆਏ ਹੈ।
ਅੰਮ੍ਰਿਤ ਸਮੇਂ ਜਾਗ ਕਰ ਸਾਰੇ। ਫਿਰ ਕੀ ਰਾਤ ਨੂੰ ਖੂਬ ਭਜਨ ਬੰਦਗੀ ਹੋਈ, ਲੰਗਰ ਵਰਤੇ, ਆਰਾਮ ਕੀਤਾ। ਅੰਮ੍ਰਿਤ ਵੇਲੇ ਸਾਰੇ ਜਾਗ ਗਏ ਜੀ। ਰਾਗੀ ਰਬਾਬੀ ਮਹਾਰਾਜ ਦੇ ਨਾਲ ਨਾਲ ਰਹਿੰਦੇ ਸਨ ਜੀ। ਹਾਂਜੀ। ਗਾਏ ਸੁਨਹਿ ਸਭ ਆਸਾ ਵਾਰੇ। ਤੇ ਹਰ ਅੰਮ੍ਰਿਤ ਪਿੰਨੀ ਦੇਹੁਰੀ। ਅੰਮ੍ਰਿਤ ਬੁਰਕੇ ਰਾਮ ਰਾਜੇ। ਅੰਮ੍ਰਿਤ ਵੇਲਾ ਹੋਇਆ, ਗੁਰੂ ਕੇ ਰਬਾਬੀਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜੀ ਉਸੇ ਘਰ 'ਚ ਜੀ। ਸਿੱਖ ਸੰਗਤਾਂ ਨੇ ਸੁਣਿਆ, ਆਸੇ ਪਾਸੇ ਲਾਹੌਰ ਦੇ ਲੋਕ ਦਰਸ਼ਨ ਕਰਨ ਵਾਸਤੇ ਆਏ ਜੀ। ਹਾਂਜੀ। ਹੇਰ ਹੇਰ ਨਰ ਸੁਭ ਮਗ ਰੀਤ। ਵਾਹ ਵਾਹ। ਜਦੋਂ ਸੰਗਤਾਂ ਮਹਾਰਾਜ ਦੇ ਸੋਹਣੇ ਦਰਸ਼ਨ ਕਰਦੀਆਂ, ਲੰਬਾ ਦਾੜਾ, ਸੁੰਦਰ ਸਰੂਪ, ਆਪ ਪਰਮੇਸ਼ਰ ਨੇ ਮੂਰਤ ਧਾਰਨ ਕੀਤੀ ਹੈ। ਜਦੋਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ, ਗੁਰੂ ਸਾਹਿਬ ਦੀ ਮਰਜ਼ਾਦਾ ਵੇਖਦੀਆਂ ਨਾ ਜੀ, ਤੇ ਚੰਗੇ ਰਸਤੇ ਤੇ ਤੁਰਨ ਦੀ ਪ੍ਰੇਰਣਾ ਮਿਲਦੀ ਜੀ ਉਹਨਾਂ ਨੂੰ ਜੀ। ਬਸ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਹੀ ਬੰਦੇ ਦਾ ਭਲਾ ਹੋ ਜਾਂਦਾ ਜੀ। ਹਾਂਜੀ। ਹੋਵਨ ਲੱਗੇ ਸਿੱਖ ਕਰ ਪ੍ਰੀਤ। ਬਸ ਫਿਰ ਕੀ ਸੀਗਾ ਜੀ, ਵਹਿੰਦਿਆਂ ਵਹਿੰਦਿਆਂ ਬੜੇ ਸਿੱਖ ਆ ਗਏ ਜੀ ਉੱਥੇ ਜੀ। ਬੜੇ ਸਿੱਖ ਇਕੱਠੇ ਹੋ ਗਏ ਜੀ, ਮਨ 'ਚ ਸਿੱਖੀ ਧਾਰਨ ਕਰਨ ਦਾ ਪਿਆਰ ਬਣੇ ਸਾਰਿਆਂ ਦੇ। ਹਾਂਜੀ। ਗੁਰਮੁਖ ਪੰਥ ਪਰੇ ਹਰ ਖਾਏ। ਉੱਥੇ ਮਹਾਰਾਜ ਦੇ ਬੈਠਿਆਂ ਬੈਠਿਆਂ ਹੀ ਬਹੁਤ ਸਾਰੇ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਰਸਤੇ ਤੇ ਤੁਰਨਾ ਹੈ, ਅਸੀਂ ਸਿੱਖ ਬਣਨਾ। ਲਾਹੌਰ ਦੇ ਬਜ਼ੁਰਗ ਵੀ ਸੋਚਦੇ ਆ, ਜਿਹੜਾ ਬੱਚਾ ਆਮ ਸੀ ਉਹ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਕਿੰਨਾ ਵੱਡਾ ਬਣ ਗਿਆ ਜੀ, ਪਾਤਸ਼ਾਹ ਬਣ ਗਏ ਜੀ। ਖੁਸ਼ ਹੁੰਦੇ, ਖੁਸ਼ੀਆਂ ਮਨਾਉਂਦੇ, ਕਹਿੰਦੇ ਮਹਾਰਾਜ ਅਸੀਂ ਵੀ ਤੁਹਾਡੇ ਵਰਗਾ ਬਣਨਾ। ਹਾਂਜੀ। ਮਨ ਬਾਂਛਤ ਸਤਿਗੁਰ ਤੇ ਪਾਏ। ਤੇ ਮੂੰਹੋਂ ਮੰਗ ਕੇ ਸਿੱਖੀ ਲਈ ਦੀ ਉਹਨਾਂ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭਨਾਂ ਨੂੰ ਸਿੱਖੀ ਦਿੱਤੀ, ਭਲਾ ਕੀਤਾ ਸੱਚੇ ਪਾਤਸ਼ਾਹ ਜੀ ਨੇ ਜੀ ਉਹਨਾਂ ਦਾ ਜੀ। ਹਾਂਜੀ। ਲਵਪੁਰ ਮਹਿ ਸਿੱਖੀ ਬਹੁ ਹੋਈ। ਲਓ ਮਹਾਰਾਜ ਬੈਠੇ, ਕੋਈ ਕਥਾ ਪ੍ਰਚਾਰ ਥੋੜੀ ਕੀਤਾ ਗੁਰੂ ਰਾਮਦਾਸ ਜੀ ਨੇ। ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰ ਕਰਕੇ ਹੀ ਲਾਹੌਰ ਦੇ ਲੋਕ ਸਿੱਖ ਬਣ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਨੂੰ ਕਹਿੰਦੇ ਕਥਾ ਕਰ ਜੋ। ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਮੇਰੇ ਲੰਘਣ ਦਾ ਅਸਰ ਨਹੀਂ ਹੋਇਆ ਉੱਥੇ ਕਥਾ ਦਾ ਵੀ ਨਹੀਂ ਹੋਣਾ, ਕਹਿਣ ਲੱਗੇ। ਬੜੇ ਰੱਬ ਦੇ ਪਿਆਰੇ ਮਹਾਂਪੁਰਖ ਸਿੱਖ ਜਗਤ ਵਿੱਚ ਹੋਏ ਜਿਨ੍ਹਾਂ ਕਥਾ ਕੀਰਤਨ ਨਹੀਂ ਕੀਤਾ ਜੀ। ਹਾਂਜੀ। ਪਰ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰ ਕਰਕੇ ਹੀ ਉਹਨਾਂ ਦਾ ਭਲਾ ਹੋ ਗਿਆ ਜੀ। ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰ ਕਰ ਹੀ ਲਾਹੌਰ ਦੇ ਲੋਕ ਸਿੱਖ ਬਣ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਸਤਨਾਮ ਸਿਮਰਹਿ ਦੁਖ ਖੋਈ। ਸਤਨਾਮ ਵਾਹਿਗੁਰੂ ਦਾ ਸੰਗਤਾਂ ਸਿਮਰਨ ਕਰਦੀਆਂ। ਮਹਾਰਾਜ ਨੇ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਸਾਰਿਆਂ ਨੂੰ ਜੀ। ਹਾਂਜੀ। ਤਬ ਸਤਿਗੁਰ ਨਿਜ ਘਰ ਕੇ ਥਾਨ। ਤੇ ਕੁਝ ਦਿਨ ਮਹਾਰਾਜ ਰਹੇ ਜੀ ਲਾਹੌਰ 'ਚ, ਤੇ ਫਿਰ ਮਹਾਰਾਜ ਨੇ ਫੁਰਨਾ ਬਣਾਇਆ, ਅਸੀਂ ਤੇ ਇਸ ਘਰ ਵਿੱਚ ਰਹਿਣਾ ਨਹੀਂ ਜੀ। ਗੁਰੂ ਰਾਮਦਾਸ ਜੀ ਨੇ ਫੁਰਨਾ ਬਣਾਇਆ। ਆਮ ਬੰਦਾ ਆਪਣੀ ਜ਼ਮੀਨ ਨਹੀਂ ਛੱਡਦਾ, ਅਸੀਂ ਇਸ ਘਰ 'ਚ ਰਹਿਣਾ ਨਹੀਂ। ਹਾਂਜੀ। ਧਰਮਸਾਲ ਰਚਵਾਏ ਮਹਾਨ। ਅਸੀਂ ਤੇ ਸਰੀਰ ਕਰਕੇ ਰਹਿਣਾ ਹੈ ਅੰਮ੍ਰਿਤਸਰ। ਤੇ ਉਸ ਅਸਥਾਨ ਤੇ ਜਿੱਥੇ ਮਹਾਰਾਜ ਦਾ ਆਗਮਨ ਹੋਇਆ ਨਾ, ਚੂਨਾ ਮੰਡੀ ਲਾਹੌਰ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮਸ਼ਾਲਾ ਬਣਾ ਦਿੱਤੀ ਜੀ। ਉਹ ਗੁਰਦੁਆਰਾ ਇੱਕ ਇਹੋ ਜਿਹਾ ਜਿਹਨੂੰ ਮਹਾਰਾਜ ਆਪ ਗੁਰਦੁਆਰਾ ਬਣਾ ਕੇ ਗਏ ਜੀ। ਹਾਂਜੀ। ਬੀਚ ਕੂਪ ਕੋ ਵੱਡ ਕਰਵਾਏ। ਘਰ ਦੇ ਵਿੱਚ ਖੂਹ ਸੀਗਾ ਜੀ, ਖੂਹੀ ਸੀ ਨਿੱਕੀ ਜੀ, ਮਹਾਰਾਜ ਨੇ ਉਹਨੂੰ ਵੱਡਾ ਕਰਵਾਇਆ ਜੀ ਉੱਥੇ ਜੀ। ਹਾਂਜੀ। ਸੁੰਦਰ ਮੰਦਰ ਰਚ ਸਮੁਦਾਏ। ਤੇ ਮਾਇਆ ਤੇ ਬੇਅੰਤ ਸੀਗੀ ਜੀ, ਹੁਣ ਤੇ ਕਮੀ ਨਹੀਂ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਵਧੀਆ ਮੰਦਰ ਘਰ ਬਣਵਾਇਆ ਜੀ, ਵੱਡਾ ਜੀ। ਹਾਂਜੀ। ਸੰਗਤ ਮੇਲ ਹੋਏ ਜਹ ਭਾਰੀ। ਹਾਂਜੀ। ਸਕਲ ਕਹੈ ਗੁਰ ਪਰ ਉਪਕਾਰੀ। ਤੇ ਸੰਗਤਾਂ ਇਕੱਠੀਆਂ ਹੋ ਰਹੀਆਂ, ਧਰਮਸ਼ਾਲਾ ਦੇ ਆ ਕੇ ਦਰਸ਼ਨ ਕਰਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਨੇ ਆਪ ਖੂਹ ਲਵਾਇਆ। ਲਾਹੌਰ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਕਹਿੰਦੀਆਂ ਨੇ, ਗੁਰੂ ਰਾਮਦਾਸ ਜੀ ਧੰਨ ਨੇ ਮਹਾਰਾਜ, ਪਰਉਪਕਾਰੀ ਨੇ, ਸਾਡਾ ਭਲਾ ਕਰਨ ਵਾਸਤੇ ਕਿੰਨਾ ਵੱਡਾ ਇੱਥੇ ਖੂਹ ਲਵਾ ਕੇ ਜਾ ਰਹੇ ਆ।
ਤੇ ਖੂਹ ਲਵਾਉਣਾ ਛੋਟਾ ਕੰਮ ਨਹੀਂ ਸੀਗਾ ਜੀ। ਤੁਸੀਂ ਅੱਜ ਵੇਖ ਲਓ, ਅੱਜ ਬੜੇ ਸੁੱਖ ਸਾਧਨ ਹੈਗੇ ਆ। ਅੱਜ ਖੂਹ ਪਟਾ ਕੇ ਵੇਖੋ, ਹਾਂ ਥੱਲੋਂ ਪਾਣੀ ਕੱਢ ਕੇ ਵੇਖੋ, ਕਿੱਡਾ ਔਖਾ ਕੰਮ ਹੈਗਾ ਜੀ ਇਹ ਜੀ। ਹਾਂਜੀ, ਉਦੋਂ ਤੇ ਸੁੱਖ ਸਾਧਨ ਵੀ ਨਹੀਂ ਸੀ ਇੰਨੇ ਹੁੰਦੇ ਜੀ। ਤੇ ਖੂਹ ਪਟਾਉਣਾ ਜਾਂ ਖੂਹੀ ਨੂੰ ਖੂਹ ਬਣਵਾਉਣਾ, ਵੱਡਾ ਕਰਾਉਣਾ ਬੜੀ ਮਿਹਨਤ ਵਾਲਾ ਕੰਮ ਸੀਗਾ ਜੀ। ਤੇ ਗੁਰੂ ਸਾਹਿਬਾਂ ਨੇ ਬੜੇ ਖੂਹ ਲਵਾਏ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਦੀ ਕਿਰਪਾ ਵੇਖ ਕੇ ਸੰਗਤਾਂ ਧੰਨ ਧੰਨ ਕਰਦੀਆਂ ਜੀ। ਹਾਂਜੀ, ਸਿੱਖਿਆ ਹੋਣ ਆਵਹਿ ਸਭ ਜਾਤੀ, ਹਾਂਜੀ, ਪਗ ਪਾਹੁਲ ਤੇ ਲੈ ਸੁਖ ਥਾਤੀ। ਲਓ ਜੀ, ਧੰਨ ਧੰਨ ਕਰਨ ਲੱਗ ਪਈਆਂ ਗੁਰੂ ਰਾਮਦਾਸ ਜੀ ਨੂੰ। ਤੇ ਲਾਹੌਰ ਦੇ ਲੋਕਾਂ ਫੁਰਨਾ ਬਣਾਇਆ ਤੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਚਰਨ ਪੌਲ ਦਿਓ ਜੀ, ਚਰਨਾਂ ਦਾ ਜਲ ਦਿਓ। ਗੁਰੂ ਰਾਮਦਾਸ ਜੀ, ਅਸੀਂ ਤੁਹਾਡੇ ਸਿੱਖ ਬਣਨਾ। ਗੁਰੂ ਰਾਮਦਾਸ ਜੀ, ਸਾਨੂੰ ਆਪਣੇ ਸਿੱਖ ਬਣਾ ਲਓ। ਮਹਾਰਾਜ ਨੇ ਚਰਨ ਪੌਲ ਦਿੱਤੀ, ਸਭਨਾਂ ਨੂੰ ਸਿੱਖੀ ਦੀ ਦਾਤ ਦਿੱਤੀ ਜੀ। ਹਾਂਜੀ, ਧੰਨ ਧੰਨ ਗੁਰ ਨਾਮ ਉਚਾਰੈ। ਤੇ ਕੀ ਕਹਿੰਦੇ ਜੀ? ਧੰਨ ਗੁਰੂ ਰਾਮਦਾਸ ਜੀ। ਹਾਂ, ਵੇਖੋ ਅੱਜ ਗੁਰਪੁਰਬ ਹੈ ਤੇ ਤੁਸੀਂ ਅੱਜ ਵੀ ਢਿੱਲਾ ਜਾ ਬੋਲੋ। ਹਾਂਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪਣੇ ਗੁਰੂ ਦਾ ਨਾਮ ਲੈਣ ਲੱਗਿਆਂ, ਗੁਰੂ ਨੂੰ ਧੰਨ ਕਹਿਣ ਲੱਗਿਆਂ ਕਾਹਦੀ ਸੰਗ ਕਰਨੀ ਜੀ। ਹਾਂਜੀ, ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਗੁਰੂ ਨਾਮ ਉਚਾਰੈ। ਲੋਕ ਮਹਾਰਾਜ ਨੂੰ ਧੰਨ ਧੰਨ ਕਹਿੰਦੇ ਜੀ। ਹਾਂਜੀ, ਭਵ ਜਲ ਤੇ ਤਤਕਾਲ ਉਦਾਰੈ। ਤੇ ਮਹਾਰਾਜ ਕੀ ਕਰਦੇ ਜੀ? ਧੰਨ ਗੁਰੂ ਰਾਮਦਾਸ ਸਾਹਿਬ ਮਿਹਰ ਕਰਕੇ ਤੁਰੰਤ ਹੀ ਬੰਦੇ ਨੂੰ ਭਵਜਲ ਤੋਂ ਤਾਰ ਦਿੰਦੇ ਆ ਜੀ। ਬਸ ਇੱਕ ਗੱਲ ਦਾ ਚੇਤਾ ਰੱਖਿਓ, ਜਿਹੜਾ ਆਪਣੇ ਗੁਰੂ ਅੱਗੇ ਹੱਥ ਜੋੜ ਲੇਗਾ ਉਹਨੂੰ ਜਮਾ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਹੈਗੀ ਜੀ। ਹਾਂਜੀ, ਜਿਹੜਾ ਗੁਰੂ ਨੂੰ ਧੰਨ ਧੰਨ ਕਹਿ ਲੇਗਾ ਨਾ ਜੀ, ਉਹਨੂੰ ਸਾਧ ਸੰਗਤ ਜੀ ਕਿਸੇ ਹੋਰ ਨੂੰ ਧੰਨ ਧੰਨ ਕਹਿਣ ਦੀ ਲੋੜ ਨਹੀਂ ਪਏਗੀ ਜੀ। ਕਿਸੇ ਦੁਨਿਆਵੀ ਬੰਦੇ ਦੇ ਅੱਗੇ ਹੱਥ ਜੋੜ ਕੇ ਮਿੰਨਤਾਂ ਕੱਢਣ ਦੀ ਲੋੜ ਨਹੀਂ ਰਹੇਗੀ ਜੀ। ਜਿਹੜਾ ਸਤਿਗੁਰੂ ਅੱਗੇ ਸਿਰ ਝੁਕਾ ਲੇਗਾ ਉਹਨੂੰ ਵੀ ਕਿਸੇ ਅੱਗੇ ਸਿਰ ਝੁਕਾਉਣ ਦੀ ਲੋੜ ਨਹੀਂ ਪਏਗੀ ਜੀ। ਤਿੰਨ ਕੰਮ ਨੇ ਜੀ, ਹੱਥ ਜੋੜਨੇ, ਸਿਰ ਝੁਕਾਉਣਾ ਤੇ ਪਿਆਰ ਨਾਲ ਕਹਿਣਾ ਧੰਨ ਗੁਰੂ ਰਾਮਦਾਸ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹਾਂਜੀ, ਜਿਹੜਾ ਗੁਰੂ ਨੂੰ ਕਹੇਗਾ ਧੰਨ, ਉਹਨੂੰ ਕਿਸੇ ਹੋਰ ਨੂੰ ਧੰਨ ਕਹਿਣ ਦੀ ਲੋੜ ਨਹੀਂ ਪਏਗੀ, ਕਿਸੇ ਅੱਗੇ ਝੁਕਣਾ ਨਹੀਂ ਪਏਗਾ, ਲਿਲਕੜੀਆਂ ਨਹੀਂ ਲੈਣੀਆਂ ਪੈਣਗੀਆਂ। ਗੁਰੂ ਜੀ ਆਪੇ ਹੀ ਉਹਦੇ ਕੰਮ ਸਵਾਰ ਦੇਣਗੇ ਜੀ। ਬੜਾ ਲਾਭ ਜੇ ਧੰਨ ਧੰਨ ਕਹਿਣ ਦਾ। ਕਿਹਾ ਕਰੋ ਸਭ ਧੰਨ ਕਹੋ, ਸਭ ਧੰਨ ਕਹੋ ਗੁਰ ਸਤਿਗੁਰੂ। ਹਾਂਜੀ, ਤੇ ਭੱਟ ਜੀ ਲਿਖਦੇ ਆ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿੰਨ। ਪੂਰਾ ਸਵਈਆ ਲਿਖਦੇ ਆ, ਕਹਿੰਦੇ ਜਿਸ ਗੁਰੂ ਨੂੰ ਯਾਦ ਕੀਤਿਆਂ ਅੰਧਕਾਰ ਦੂਰ ਹੁੰਦਾ ਹੈ। ਜਿਸ ਗੁਰੂ ਜੀ ਨੂੰ ਯਾਦ ਕੀਤਿਆਂ ਨਾਮ ਜਪਣ ਦਾ ਜੀ ਕਰਦਾ ਹੈ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਨਾਮ ਜਪਣ 'ਚ ਤਰੱਕੀ ਹੁੰਦੀ ਹੈ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਪਿਆਰਿਓ, ਹਿਰਦਾ ਬਹੁਤ ਗਰਮ ਹੋਵੇ, ਅੰਦਰ ਤਪ ਰਿਹਾ ਹੋਵੇ, ਜਿਸ ਗੁਰੂ ਨੂੰ ਯਾਦ ਕੀਤਿਆਂ ਤਪਦਾ ਹਿਰਦਾ ਠੰਡਾ ਹੁੰਦਾ ਹੈ ਜੀ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਜਿਸ ਗੁਰੂ ਜੀ ਨੂੰ ਯਾਦ ਕੀਤਿਆਂ ਨਿਧੀਆਂ ਸਿੱਧੀਆਂ ਰਿੱਧੀਆਂ ਨੌ ਨਿਧੀਆਂ ਤੁਹਾਡੇ ਘਰ ਆ ਕੇ ਬਹਿ ਜਾਂਦੀਆਂ ਨੇ ਜੀ। ਭੱਟ ਜੀ, ਉਹ ਕਿਹੜੇ ਗੁਰੂ ਨੇ? ਭੱਟ ਜੀ ਕਹਿੰਦੇ ਸੋਈ ਰਾਮਦਾਸ ਗੁਰ ਬਲ ਭਣ। ਹਾਂਜੀ, ਕਹਿੰਦੇ ਆ ਭੱਟ ਬਲ ਜੀ, ਕਹਿੰਦੇ ਆ ਉਹ ਕਿਹੜੇ ਗੁਰੂ ਨੇ? ਉਹ ਨੇ ਗੁਰੂ ਰਾਮਦਾਸ ਜੀ। ਤੇ ਕੀ ਕਰਨਾ? ਮਿਲ ਸੰਗਤ ਧੰਨ ਧੰਨ ਕਰੋ। ਸਾਰੀ ਸੰਗਤ ਐਸੇ ਗੁਰੂ ਜੀ ਨੂੰ ਧੰਨ ਧੰਨ ਕਿਹਾ ਕਰੋ। ਤੁਸੀਂ ਸੁਣਿਆ ਨਾ, ਲਾਹੌਰ ਦੀਆਂ ਸੰਗਤਾਂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹਿ ਰਹੀਆਂ ਜੀ। ਧੰਨ ਧੰਨ ਕਹਿ ਰਹੀਆਂ, ਤੁਸੀਂ ਵੀ ਕਹਿੰਦੇ ਧੰਨ ਧੰਨ ਕਹੋ। ਗੁਰੂ ਰਾਮਦਾਸ ਜੀ ਨੂੰ ਧੰਨ ਕਿਹਾ, ਨੈਣ ਦਾ ਅੰਧਕਾਰ ਦੂਰ ਹੋ ਜਾਂਦਾ। ਬੜੇ ਅੰਨੇ ਲੋਕ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਠੀਕ ਹੁੰਦੇ ਜੀ।
ਅਖਬਾਰਾਂ 'ਚ ਮਿਲਦੇ ਰਹਿੰਦੇ ਕੇਸ ਦੀ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਨਾਮ ਦੀ ਦਾਤ ਮਿਲਦੀ ਹੈ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਤਪਦਾ ਹਿਰਦਾ ਠੰਡਾ ਹੁੰਦਾ ਹੈ। ਗੁਰੂ ਰਾਮਦਾਸ ਜੀ ਨੂੰ ਯਾਦ ਕੀਤਿਆਂ ਰਿੱਧੀਆਂ ਸਿੱਧੀਆਂ 9 ਨਿਧੀਆਂ ਆ ਜਾਂਦੀਆਂ ਨੇ। ਯਾਦ ਕਰਨ ਵਾਸਤੇ ਪਿਆਰ ਨਾਲ ਆਪਣੀ ਰਸਨਾ ਤੋਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਕਿਹਾ ਕਰੋ। ਸਭ ਆਖੋ ਧੰਨ 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 ਗੁਰ ਸੋਈ। ਮਹਾਰਾਜ ਕਿਰਪਾ ਕਰਨ। ਆਓ ਪਿਆਰ ਦੇ ਨਾਲ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇਗਾ। ਸਭ ਸੰਗਤ ਆਖੋ ਜੀ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਧੰਨ ਧੰਨ ਕਹਿਣਾ ਨਾ ਜੀ, ਜਦੋਂ ਧੰਨ ਧੰਨ ਕਹਿਣਾ ਜ਼ੋਰ ਲਾਓ ਸਾਰਾ। ਅੱਜ ਨਹੀਂ ਕਹਿਣਾ ਤੇ ਕਦੋਂ ਕਹਿਣਾ? ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਜਿਨ ਸਿਰਿਆ ਤਿਨ ਸਵਾਰਿਆ, ਜਿਨ ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਬਸ ਜਿਹੜਾ ਧੰਨ ਧੰਨ ਕਹੇਗਾ ਗੁਰੂ ਨੂੰ, ਉਹ ਵੀ ਧੰਨ ਧੰਨ ਹੀ ਹੋ ਜਾਏਗਾ ਜੀ। ਕਿਸੇ ਹੋਰ ਨੂੰ ਧੰਨ ਧੰਨ ਕਹਿਣ ਦੀ ਲੋੜ ਨਹੀਂ ਪਏਗੀ ਜੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਧੰਨ ਧੰਨ ਸਤਿਗੁਰੂ ਹਮਾਰਾ, ਸਾਡੇ ਸੱਚੇ ਪਾਤਸ਼ਾਹ ਧੰਨ ਹਨ, ਧੰਨ ਹਨ, ਧੰਨ ਹਨ। ਸੋ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਹਾਂਜੀ, ਤੇ ਚਲੋ ਕਈ ਮੁਬਾਰਕ ਵੀ ਕਹਿ ਦਿੰਦੇ ਆ, ਗੁਰਪੁਰਬ ਮੁਬਾਰਕ ਹੋਵੇ ਜੀ। ਤੇ ਮੁਬਾਰਕ ਸ਼ਬਦ ਹੈ ਤੇ ਮਾੜਾ ਨਹੀਂ ਹੈ, ਪਰ ਸਾਡਾ ਸ਼ਬਦ ਵਧਾਈ ਹੈਗਾ ਜੀ। ਮੁਬਾਰਕ ਸ਼ਬਦ ਪੰਜਾਬੀ ਦਾ ਨਹੀਂ ਹੈਗਾ ਜੀ। ਹਾਂਜੀ, ਪੰਜਾਬੀ ਵਿੱਚ ਵਧਾਈ ਹੁੰਦੀ ਹੈ ਜੀ। ਹਾਂਜੀ, ਮੁਬਾਰਕ ਹੋਰ ਕਹਿੰਦੇ ਆ ਜੀ, ਈਦ ਮੁਬਾਰਕ। ਹਾਂਜੀ, ਤੇ ਭਾਵੇਂ ਅਰਥ ਇੱਕੋ ਹੀ ਹੈ, ਪਰ ਸਾਡਾ ਸ਼ਬਦ ਹੈ ਵਧਾਈ। ਵਧਾਈ ਦਿਆ ਕਰੋ। ਆਪਣੇ ਸ਼ਬਦ ਨਹੀਂ ਛੱਡੀ ਦੇ ਜੀ, ਜਿਹੜੇ ਸ਼ਬਦ ਹੋਣ ਉਹੋ ਹੀ ਰੱਖੀਦੇ ਹੈ। ਇਸ ਕਰਕੇ ਪਿਆਰ ਨਾਲ ਗੱਜ ਕੇ ਸਾਰੇ ਇੱਕ ਦੂਜੇ ਨੂੰ ਵਧਾਈ ਦਿਆ ਕਰੋ। ਆਖਿਆ ਕਰੋ, ਭਾਈ ਸਤਿਗੁਰੂ ਜੀ ਦੇ ਆਗਮਨ ਪੁਰਬ ਦੀ ਤੁਹਾਨੂੰ ਵਧਾਈ ਹੋਵੇ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਤੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।